ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ NDS ਪੰਜਾਬੀ ਚੈਨਲ ਦੇਖ ਰਹੇ ਸਾਡੇ ਪਿਆਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ। ਸੋ ਅੱਜ ਅਸੀਂ ਜੋ NDS ਨਿਊ ਡਾਈਟ ਸਿਸਟਮ, ਨਵੀਂ ਭੋਜਨ ਪ੍ਰਣਾਲੀ, ਜਿਸ ਨੂੰ ਅੱਜ ਨਾਮ ਦਿੱਤਾ ਗਿਆ ਹੈ ਸਾਡੇ ਸਤਿਕਾਰਯੋਗ ਸ਼੍ਰੀ BB ਚੌਹਾਨ ਜੀ ਵੱਲੋਂ, ਜੋ ਸਤਿਗੁਰੂ ਦੀ ਅਕਾਲ ਪੁਰਖ ਦੀ ਰਹਿਮਤ ਦਾ ਸਦਕਾ ਇਸ ਚੀਜ਼ ਦਾ ਅੱਜ ਦੇ ਯੁੱਗ ਦੇ ਵਿੱਚ ਆਧੁਨਿਕ ਜੋ ਇਲੈਕਟ੍ਰੋਨਿਕ ਮੀਡੀਆ ਹੈ ਉਸ ਰਾਹੀਂ ਪ੍ਰਚਾਰ ਕਰ ਰਹੇ ਨੇ। ਸੋ ਉਹਨਾਂ ਦੇ ਨਾਅਰੇ ਨੇ ਕਿ ਕੱਚਾ ਹੀ ਸੱਚਾ, ਅਤੇ ਜਿਸ ਤਰ੍ਹਾਂ ਉਹਨਾਂ ਦਾ ਦੂਸਰਾ ਨਾਅਰਾ ਹੈ ਕਿ ਵਰਲਡ ਵਿਦਆਊਟ ਮੈਡੀਸਨ। ਸੋ ਦਵਾਈ ਤੋਂ ਬਿਨਾਂ ਸੰਸਾਰ ਦੀ ਜੋ ਆਪਾਂ ਰਲ ਕੇ ਸਿਰਜਣਾ ਕਰਨੀ ਹੈ। ਸੋ ਅੱਜ ਆਪਾਂ NDS ਕੀ ਹੈ, ਨਿਊ ਡਾਈਟ ਸਿਸਟਮ, ਚਾਹੇ ਆਪਾਂ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਥੋੜ੍ਹੀ ਗੱਲ ਕੀਤੀ ਸੀ ਕਿ ਇਹ ਨਵਾਂ ਤਾਂ ਨਹੀਂ ਹੈ, ਪਰ ਇਸ ਨੂੰ ਜੋ ਪ੍ਰਚਾਰ ਪ੍ਰਸਾਰ ਦਾ ਜੋ ਮੌਕਾ ਮਿਲਿਆ ਹੈ ਸ਼੍ਰੀ BB ਚੌਹਾਨ ਜੀ ਅਤੇ ਉਹਨਾਂ ਦੇ ਅੱਗੇ ਟੀਮ ਦੇ ਰਾਹੀਂ, ਸਭ ਤੋਂ ਪਹਿਲਾਂ ਤਾਂ ਜੋ ਫਾਊਂਡਰ ਹੈ, ਜੋ ਇਸ ਦਾ ਸਿਹਰਾ ਜਾਂਦਾ ਹੈ, ਸ਼੍ਰੀ BB ਚੌਹਾਨ ਜੀ ਨੂੰ ਹੀ ਜਾ ਰਿਹਾ ਹੈ, ਕਿਉਂਕਿ ਉਹਨਾਂ ਨੇ ਇਸ ਚੀਜ਼ 'ਤੇ ਪੂਰੀ ਸਟੱਡੀ ਕਰਕੇ 25-28 ਸਾਲ ਦੇ ਆਪਣੇ ਜੀਵਨ ਕਾਲ ਦੇ ਵਿੱਚ, ਕਿਉਂਕਿ ਉਹ ਵੀ ਕਈ ਰੋਗਾਂ ਤੋਂ ਪੀੜਤ ਸੀ। ਉਹ ਗੁਜਰਾਤ ਦੇ ਵਿੱਚ ਬਿਜਲੀ ਬੋਰਡ ਮਹਿਕਮੇ ਤੋਂ ਹੁਣ ਰਿਟਾਇਰ ਨੇ, ਅਤੇ ਸਾਡੇ ਵਾਂਗ ਹੀ ਕਈ ਬਿਮਾਰੀਆਂ ਤੋਂ ਉਹ ਦੱਸਦੇ ਨੇ ਕਿ ਪੀੜਤ ਸੀ। ਸਾਰੇ ਇਲਾਜ ਸਾਰੇ ਉਹਨਾਂ ਨੇ ਢੰਗ ਤਰੀਕੇ ਵਰਤੇ ਹੋਏ ਸੀ, ਯੋਗਾ ਵਗੈਰਾ, ਹੋਰ ਵੀ ਜੋ ਵੀ ਐਲੋਪੈਥੀ, ਤਾਂ ਸਾਰਾ ਕੁਛ। ਪਰ ਫਿਰ ਅਕਾਲ ਪੁਰਖ ਦੀ ਰਹਿਮਤ ਬਖਸ਼ਿਸ਼ ਹੋਈ, ਉਹਨਾਂ ਨੂੰ ਇਹ ਰਸਤਾ ਦਿਖਾਇਆ, ਤਾਂ ਉਹਨਾਂ ਨੇ ਸਾਰੇ ਹਾਲ ਹੀਲੇ ਜੋ ਵਰਤ ਕੇ ਹੰਭ ਕੇ ਫਿਰ ਉਹਨਾਂ ਦੇ ਮਨ ਦੇ ਵਿੱਚ ਇਹ ਸਤਿਗੁਰੂ ਨੇ ਫੁਰਨਾ ਬਖਸ਼ਿਸ਼ ਕੀਤਾ ਕਿ ਕਿਉਂ ਨਾ ਇਹ ਜੋ ਸਾਡਾ ਖਾਣ ਪੀਣ ਹੈ ਇਸ ਨੂੰ ਬਦਲੀ ਕਰਕੇ ਦੇਖਿਆ ਜਾਵੇ। ਅਤੇ ਉਹੀ ਸਟੋਰੀ ਤਕਰੀਬਨ ਮਿਲਦੀ ਜੁਲਦੀ ਦਾਸ ਦੀ ਵੀ ਹੈ। ਦਾਸ ਨੂੰ ਵੀ ਤਕਰੀਬਨ 20-22 ਸਾਲ ਹੋ ਗਏ ਇਹਨਾਂ ਰੋਗਾਂ ਦੇ ਨਾਲ ਪੀੜਤ। ਇੱਕ ਕਰਕੇ ਸਮੇਂ ਨਾਲ ਰੋਗ ਹਟਣ ਦੀ ਬਜਾਏ ਹੋਰ ਲੱਗਦੇ ਆਏ। ਦਵਾਈਆਂ ਜਿਨ੍ਹਾਂ ਦੇ ਵਿੱਚ ਦਾਸ ਦਾ ਖੁਦ ਦਾ ਤਜਰਬਾ ਹੈ, ਉਹਦੇ ਵਿੱਚ ਅੰਗਰੇਜ਼ੀ ਦਵਾਈਆਂ, ਦੇਸੀ ਦਵਾਈਆਂ, ਹੋਮਿਓਪੈਥੀ, ਅਤੇ ਫਿਰ ਇਹ ਯੋਗਾ ਵਗੈਰਾ ਜੋ ਵੀ ਇਹ ਸਾਲਾਂ ਤੋਂ ਦਾਸ ਵੀ ਕਰਦਾ ਆਇਆ, ਅਤੇ ਇਸ ਚੀਜ਼ ਨਾਲ ਕੋਈ ਜ਼ਿਆਦਾ ਫਰਕ ਨਹੀਂ ਪਿਆ। ਕਈ ਥਾਈਂ ਬਹਿਰੀਨ ਦੇ ਵਿੱਚ ਵੀ ਇੱਥੇ ਜਿਹੜੇ ਮਸ਼ਹੂਰ ਆਯੁਰਵੈਦਿਕ ਸੈਂਟਰ ਨੇ, ਉੱਥੇ ਵੀ ਸਮੇਂ 'ਤੇ ਇਲਾਜ ਕਰਵਾਇਆ 2-3 ਜਗ੍ਹਾ। ਫਿਰ ਉੱਥੋਂ ਪਤੰਜਲੀ ਦੀਆਂ ਦਵਾਈਆਂ ਉਹ ਬਹੁਤ ਚੱਲਦੀਆਂ ਰਹੀਆਂ, ਅਤੇ ਆਪ ਵੀ ਲੈ ਕੇ ਆਉਣੀਆਂ, ਕਿਸੇ ਤੋਂ ਵੀ ਮੰਗਵਾਉਣੀਆਂ, ਭੰਡਾਰਾਂ ਦੇ ਭੰਡਾਰ ਸੀ। ਫਿਰ ਸਾਡੇ ਸਤਿਕਾਰਯੋਗ ਜਿਨ੍ਹਾਂ ਨੇ ਦਾਸ ਨੂੰ ਇਸ ਚੀਜ਼ ਦੀ ਦੱਸ ਪਾਈ, ਉਹ ਸਾਡੇ ਸਤਿਕਾਰਯੋਗ ਭਾਈ ਸੰਤੋਖ ਸਿੰਘ ਜੀ ਨੇ, ਉਹਨਾਂ ਦੇ ਮਿਸੇਜ ਸਾਡੇ ਸਤਿਕਾਰਯੋਗ ਭੈਣ ਜੀ ਊਸ਼ਾ ਰਾਣੀ ਜੀ, ਉਹ ਵੀ ਕਾਫੀ ਇਹਨਾਂ ਚੀਜ਼ਾਂ ਤੋਂ ਪੀੜਤ ਸੀ। ਉਹਨਾਂ ਨੇ ਤਾਂ ਇੱਥੋਂ ਤੱਕ ਕਿ ਕਈ ਬੂਟੇ ਜੋ ਪਤੰਜਲੀ ਵਾਲੇ ਦੱਸਦੇ ਨੇ, ਕਈ ਵੇਲਾਂ ਜਾਂ ਇੱਦਾਂ ਦੇ ਕਈ ਜੋ ਪਲਾਂਟ ਆਪਾਂ ਕਹਿੰਦੇ ਹਾਂ, ਕਿ ਉਹਨਾਂ ਨੇ ਆਪਣੇ ਘਰ ਲਿਆ ਕੇ ਲਾਏ ਹੋਏ ਸੀ। ਕਿਸੇ ਦੇ ਪੱਤੇ ਖਾਣੇ, ਕਿਸੇ ਦੇ ਜੂਸ ਪੀਣੇ, ਕਿਸੇ ਦਾ ਕੁਛ। ਉਹ ਵੀ ਬਹੁਤ ਪੀੜਤ ਸੀ। ਦਾਸ ਵਾਂਗੂ ਹੀ ਉਹ ਵੀ ਡਿਪਰੈਸ਼ਨ ਵਿੱਚ ਵੀ ਗਏ। ਸੋ ਉਹਨਾਂ 'ਤੇ ਵੀ ਫਿਰ ਸਤਿਗੁਰੂ ਨੇ ਕਿਰਪਾ ਬਖਸ਼ਿਸ਼ ਕੀਤੀ। ਉਹਨਾਂ ਨੇ ਫਿਰ ਆਪਣੇ 'ਤੇ ਤਜਰਬਾ ਕੀਤਾ। ਆਪਣੇ 'ਤੇ ਕਰਨ ਤੋਂ ਬਾਅਦ ਫਿਰ ਉਹਨਾਂ ਨੇ 2 ਮਹੀਨੇ ਬਾਅਦ ਸਾਨੂੰ ਦੱਸਿਆ, ਜੋ ਕਿ ਸਾਲ 2019 ਦੀ ਤਕਰੀਬਨ ਰਮਜ਼ਾਨ ਦਾ ਮਹੀਨਾ ਚੱਲਦਾ ਸੀ ਉਦੋਂ। ਅਤੇ ਪਰ ਜੋ ਵੀ ਹੈ ਸਾਡੇ ਕਰਮਾਂ ਦਾ ਹੈ, ਉਹ ਜਾਂ ਕਹਿ ਲਓ ਕਿ ਸਾਡਾ ਕੋਈ ਦੇਣਾ ਲੈਣਾ ਜੋ ਸੀ ਬਾਹਰ ਖਤਮ ਹੋ ਗਿਆ, ਡਾਕਟਰਾਂ ਦਾ, ਹੌਸਪੀਟਲਾਂ ਦਾ,
ਜਾਂ ਇੰਜ ਕਹਿ ਲਈਏ ਕਿ ਵੀ ਸਰੀਰਕ ਰੋਗ, ਜੋ ਸਰੀਰਕ ਕਸ਼ਟ ਭੋਗਣੇ ਸੀ, ਉਹ ਖਤਮ ਹੋ ਗਏ। ਇਸ ਕਰਕੇ ਵਿਧ ਬਣਦੀ ਹੈ, ਨਹੀਂ ਤਾਂ ਕੋਈ ਕਿਸੇ ਦੀ ਤਕਰੀਬਨ ਨਹੀਂ ਸੁਣਦਾ ਕਿ ਇੰਜ ਕਰ ਲਈਏ ਜਾਂ ਇੰਜ ਕਰ ਲਈਏ। ਪਰ ਜਦੋਂ ਸਮਾਂ ਆਉਂਦਾ ਹੈ, ਸੋ ਮਾਲਕ ਪ੍ਰਭੂ ਕਿਰਪਾ ਕਰਦੇ ਨੇ, ਉਹ ਰਸਤਾ ਦਿਖਾਉਂਦੇ ਨੇ। ਫਿਰ ਉਹਨਾਂ ਨੇ ਸਾਨੂੰ ਕਿਹਾ, ਐਵੇਂ ਮੈਂ ਕਹਾਂ ਕਿ ਮੈਂ ਪਹਿਲੀ ਵਾਰ ਉਹਨਾਂ ਦੀ ਗੱਲ ਮੰਨ ਲਈ ਨਹੀਂ। ਮੈਂ ਕਿਉਂਕਿ ਕਾਫੀ ਮੈਂ ਇੱਧਰੋਂ ਉੱਧਰੋਂ ਇਲਾਜ, ਉਸ ਟਾਈਮ ਮੈਂ ਰੀਸੈਂਟਲੀ, ਜਿਹਨੂੰ ਕਹਿੰਦੇ ਵੀ ਥੋੜ੍ਹੇ ਟਾਈਮ ਪਹਿਲਾਂ ਹੀ ਮੈਂ ਆਪਣੇ ਭਾਰਤ ਤੋਂ, ਫਰੀਦਾਬਾਦ ਤੋਂ, ਇੱਕ ਉੱਥੇ ਆਯੁਰਵੈਦ ਸੈਂਟਰ ਚੱਲਦਾ ਹੈ, ਤਾਂ ਉੱਥੋਂ ਮੈਂ ਇਲਾਜ ਕਰਵਾ ਕੇ ਆਇਆ ਸੀ। ਕਾਫੀ ਪੈਸਾ ਖਰਚਾ ਕਰਕੇ ਇੱਥੋਂ ਬਹਿਰੀਨ ਤੋਂ ਸਿੱਧਾ ਮੈਂ ਫਰੀਦਾਬਾਦ ਹੀ ਉਹਨਾਂ ਦੇ ਜੀਵਾ ਆਯੁਰਵੈਦ ਦਾ ਸੈਂਟਰ, ਅਤੇ ਉੱਥੇ ਗਿਆ ਸੀ। ਕਾਫੀ ਪੈਸਾ ਖਰਚ ਕੇ ਆਇਆ, ਪਰ ਕੋਈ ਖਾਸ ਫਰਕ ਉਹਦੇ ਨਾਲ ਨਹੀਂ ਪਿਆ। ਤਾਂ ਫਿਰ ਉਹਨਾਂ ਨੇ ਮੈਨੂੰ ਇਹ ਇਲਾਜ ਦੱਸਿਆ ਕਿ ਅਸੀਂ ਇਹ ਅਪਣਾਇਆ ਹੈ, ਬਹੁਤ ਫਰਕ ਪਿਆ ਹੈ। ਲੱਗਦਾ ਵੀ ਸੀ ਉਹਨਾਂ ਤੋਂ, ਪਰ ਫਿਰ ਮੇਰਾ ਉਹਨਾਂ ਮਨ ਨਹੀਂ ਮੰਨਿਆ। ਉਸ ਦਿਨ ਮੇਰੇ ਮਿਸੇਜ ਕੀ ਮੇਰੇ ਨਾਲ ਗੁਰੂ ਘਰ ਨਹੀਂ ਗਏ ਸੀ। ਫਿਰ ਨੈਕਸਟ ਵੀਕ ਅਸੀਂ ਅਗਲੇ ਹਫਤੇ ਜਦੋਂ ਫਰਾਈਡੇ ਨੂੰ ਗਏ, ਇੱਥੇ ਫਰਾਈਡੇ ਪ੍ਰੋਗਰਾਮ ਹੁੰਦੇ ਨੇ, ਅਤੇ ਫਰਾਈਡੇ ਗਏ ਤਾਂ ਫਿਰ ਅਸੀਂ ਇਕੱਠੇ, ਤਾਂ ਫਿਰ ਉਹਨਾਂ ਦੇ ਮਿਸੇਜ ਵੀ ਨਾਲ ਆਏ ਸੀ। ਫਿਰ ਗੱਲਬਾਤ ਹੋਈ, ਉਹਨਾਂ ਨੇ ਦੱਸਿਆ ਕਿ ਅਸੀਂ ਤਾਂ ਦਵਾਈਆਂ ਵੀ ਅੱਜ ਸਿੱਟ ਕੇ ਆਏ ਹਾਂ, ਇੱਦਾਂ ਕਰਕੇ ਸਾਰੀ ਗੱਲਬਾਤ ਦੱਸੀ ਕਿ ਤੁਸੀਂ ਇਹ ਕਰੋ, ਭਾਜੀ ਹੁਣੀ ਬਹੁਤ ਬਿਮਾਰ ਨੇ, ਇੱਦਾਂ। ਫਿਰ ਚਲੋ ਸਤਿਗੁਰੂ ਦੀ ਉਸ ਸਮੇਂ ਸਾਡੇ 'ਤੇ ਬਖਸ਼ਿਸ਼ ਹੋਈ ਅਤੇ ਸਾਡਾ ਮਨ ਬਣ ਗਿਆ। ਪਰ ਮੈਨੂੰ ਕਈਆਂ ਨੇ, ਸਾਡੇ ਉੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ, ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਹ ਨਾ ਕਰਿਓ, ਤੁਸੀਂ ਉਹਨਾਂ ਕੋਲ ਖੜ੍ਹੇ ਸੀਗੇ ਅਤੇ ਤੁਹਾਡੀ ਆਲਰੇਡੀ ਤੁਸੀਂ ਪਹਿਲਾਂ ਤੋਂ ਹੀ ਕਮਜ਼ੋਰ ਹੋ, ਜਾਂ ਕਈ ਬਿਮਾਰੀਆਂ, ਤੁਸੀਂ ਕੋਈ ਹੋਰ ਪੰਗਾ ਨਾ ਪਾ ਲਿਓ। ਜਿਸ ਤਰ੍ਹਾਂ ਆਪਾਂ ਇੱਕ ਦੂਜੇ ਨੂੰ ਸਲਾਹ ਦਿੰਦੇ ਹਾਂ। ਚਲੋ ਸਾਡੇ ਸ਼ੁਭ ਚਿੰਤਕ ਸੀ, ਉਹਨਾਂ ਨੂੰ ਫਿਕਰ ਸੀ, ਪਰ ਸਾਡਾ ਮਨ ਬਣ ਗਿਆ ਸੀ। ਅਸੀਂ ਤਾਂ ਫਿਰ ਉਸੇ ਦਿਨ ਤੋਂ ਜਾਂ ਨੈਕਸਟ ਡੇ ਤੋਂ ਅਸੀਂ ਪੂਰਾ ਸਹੀ ਢੰਗ ਨਾਲ, ਅਸੀਂ ਸਤਿਗੁਰੂ ਦੀ ਕਿਰਪਾ ਨਾਲ ਫਿਰ ਅਸੀਂ ਸ਼ੁਰੂ ਕਰਤਾ। ਅਤੇ ਉਸ ਤੋਂ ਪਹਿਲਾਂ ਦੀ ਸਟੋਰੀ ਇਹ ਹੈ ਕਿ 20-22 ਸਾਲ ਤੋਂ ਦਾਸ ਕਈ ਰੋਗਾਂ ਤੋਂ ਪੀੜਤ ਸੀ, ਜਿਹਦੇ ਵਿੱਚ ਪਹਿਲਾਂ ਸਰਵਾਈਕਲ ਦਾ ਸੀ, ਉਹ ਹੌਲੀ ਹੌਲੀ ਵੱਧਦਾ ਗਿਆ। ਦਵਾਈਆਂ ਖਾਧੀਆਂ, ਹੋਮੋਪੈਥੀ ਵੀ ਖਾਧੀ, ਇੰਗਲਿਸ਼ ਵੀ ਖਾਧੀ। ਫਿਰ ਆਪਣੇ ਇੰਗਲਿਸ਼ ਵਾਲੇ ਆਪਰੇਸ਼ਨ ਕਹਿੰਦੇ ਸੀ। ਫਿਰ ਚਲੋ ਸਮਾਂ ਪਾ ਕੇ ਥੋੜ੍ਹਾ ਬਹੁਤਾ ਠੀਕ ਹੁੰਦਾ ਰਿਹਾ। ਖਾਣ ਪਾਣ 'ਚ ਥੋੜ੍ਹੀ ਬਹੁਤੀ ਚੇਂਜਿੰਗ ਕਰਦੇ ਰਹੇ। ਕਦੇ ਕਿਸੇ ਨੇ ਕਹਿਤਾ ਦਾਲਾਂ ਬੰਦ ਕਰ ਦਿਓ, ਕਿਸੇ ਨੇ ਕਹਿਤਾ ਟਮਾਟਰ ਬੰਦ ਕਰ ਦਿਓ, ਕਿਸੇ ਨੇ ਕਹਿਤਾ ਸੇਬ ਦਾ ਬੰਦ ਕਰ ਦਿਓ, ਛਿਲਕੇ ਬੰਦ ਕਰ ਦਿਓ, ਕਿਸੇ ਨੇ ਕਿਹਾ ਬਈ ਪਾਲਕ ਬੰਦ ਕਰ ਦਿਓ। ਇੱਦਾਂ ਕਈ ਚੀਜ਼ਾਂ ਬਸ ਅੱਗੇ ਤੋਂ ਅੱਗੇ ਬੰਦ ਹੀ ਆਉਂਦਾ ਸੀ। ਆਹ ਵੀ ਛੱਡ ਦਿਓ, ਆਹ ਵੀ ਛੱਡ ਦਿਓ, ਆਹ ਵੀ ਛੱਡ ਦਿਓ। ਅਤੇ ਖਾਣਾ ਪੀਣਾ ਕਾਫੀ ਪਚਣੋਂ ਹਟ ਗਿਆ, ਅਤੇ ਫਿਰ ਸਿਹਤ ਵੀ ਕਾਫੀ ਕਮਜ਼ੋਰ ਹੋ ਗਈ। ਫਿਰ ਜਦੋਂ ਮੈਂ ਫਿਰ ਕਈਆਂ ਨੇ ਆਪਰੇਸ਼ਨ ਕਿਹਾ। ਫਿਰ ਇੱਕ ਵਾਰ ਮੈਨੂੰ ਸਾਈਡ ਦਾ ਖੱਬੇ ਪਾਸੇ ਅਟੈਕ ਵਾਂਗੂ ਇੱਥੇ ਹੋ ਗਿਆ। ਉਸ ਟਾਈਮ ਮੈਂ ਇਹ ਲਾਸਟ ਜੋ ਫਰੀਦਾਬਾਦ ਗਿਆ ਸੀ, ਉੱਥੋਂ ਇਲਾਜ ਕਰਵਾ ਕੇ ਆਇਆ ਸੀਗਾ। ਅਤੇ ਫਿਰ ਇੱਥੇ ਡਾਕਟਰਾਂ ਨੇ, ਪਰ ਮੈਡੀਕਲ ਵਾਲਿਆਂ ਨੇ ਕਿਹਾ ਸੀ ਕਿ ਆਪਰੇਸ਼ਨ ਹੋਣਾ, ਤੁਹਾਡਾ ਜੋ ਮਣਕੇ ਆ L5, L4, L5 ਇੱਦਾਂ ਕਰਕੇ ਉਹ 75% ਤੱਕ ਡੈਮੇਜ ਹੋ ਗਏ। ਅਤੇ ਮੈਂ ਤਾਂ ਇੱਕਦਮ ਡਰ ਗਿਆ ਕਿ ਬਸ ਖਤਮ ਹੋ ਗਈ ਜ਼ਿੰਦਗੀ। ਤਾਂ ਉਹਨਾਂ ਨੇ ਕਿਹਾ ਵੀ ਟਰਾਈ ਕਰਕੇ ਦੇਖਾਂਗੇ, ਸਕੈਨ ਕਰਾਂਗੇ, CT ਸਕੈਨ ਕਰਾਂਗੇ। ਤਾਂ ਫਿਰ ਦੂਸਰੀ ਇੱਕ ਹੋਰ ਜੋ ਸਕੈਨਿੰਗ ਹੈ, MRI ਸਕੈਨਿੰਗ ਕਰਾਂਗੇ, ਇਹ ਕਰਾਂਗੇ। ਇੱਦਾਂ ਕਾਫੀ ਕੁਛ ਕਿਹਾ ਡਾਕਟਰ ਨੇ ਔਨ ਦੀ ਸਪੌਟ, ਉਸੇ ਸਮੇਂ। ਜਾਣੀ ਕਿ ਦੁਨੀਆ, ਮੈਨੂੰ ਤਾਂ ਇੱਦਾਂ ਲੱਗਿਆ ਖੜ੍ਹੇ ਖੜ੍ਹੇ ਵੀ ਖਤਮ ਹੋ ਗਿਆ, ਬਸ ਜੀਵਨ ਜਾਂ ਦੁਨੀਆ ਖਤਮ ਹੋ ਗਈ। ਕਿਉਂਕਿ ਉਹਨੇ ਕਿਹਾ ਵੀ ਦੇਖਾਂਗੇ, ਅਗਰ ਤਾਂ ਇਲਾਜ ਹੋਇਆ ਤਾਂ, ਨਹੀਂ ਤਾਂ ਫਿਰ ਆਪਰੇਸ਼ਨ ਕਰਨਾ ਪਊ, ਜੇ ਉਹ ਇੱਦਾਂ ਦਾ। ਚਲੋ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਫਰੀਦਾਬਾਦ ਗਏ, ਉੱਥੋਂ ਥੋੜ੍ਹਾ ਬਹੁਤ ਫਰਕ ਪਿਆ। ਫਿਰ ਸਮਾਂ ਨਿਕਲਿਆ, ਫਿਰ ਮੈਂ ਇੱਥੇ ਆਇਆ। ਤਾਂ ਸਾਡੇ ਇੱਕ ਇੱਥੇ ਸਤਿਕਾਰਯੋਗ ਭੈਣ ਜੀ ਸੀ ਹੈਗੇ ਆ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਖਾਣੇ ਦਾ ਟੈਸਟ ਕਰਵਾਓ। ਤਾਂ ਉਹ ਇੱਥੋਂ ਬਲੱਡ ਲੈ ਕੇ, ਲੈਬੋਰਟਰੀ ਵਾਲੇ ਪਹਿਲਾਂ ਇੰਡੀਆ ਭੇਜਦੇ ਸੀ, ਅੱਜ ਕੱਲ੍ਹ ਬੰਬੇ ਭੇਜਦੇ ਨੇ। ਅਤੇ ਪਹਿਲਾਂ ਬੰਬੇ ਭੇਜਦੇ ਸੀ, ਅੱਜ ਕੱਲ੍ਹ ਦੁਬਈ ਭੇਜਦੇ ਨੇ। ਤਾਂ ਉਹ ਫਿਰ ਮੈਨੂੰ ਕਹਿੰਦੇ ਟੈਸਟ ਕਰਵਾਓ। ਮੈਂ ਕਿਹਾ ਵੀ ਹੁਣੇ ਮੈਂ ਪੈਸਾ ਖਰਚਾ ਕਰਕੇ ਆਇਆ। ਚਲੋ ਸਮਾਂ ਨਿਕਲਿਆ, ਤਾਂ ਅਗਲੀ ਤਨਖਾਹ ਮਿਲੀ ਉਹਦੇ, ਕਿਉਂਕਿ ਇੱਥੋਂ ਦੇ ਬਹਿਰੀਨ ਦੇ 120 ਦਿਨਾਰ ਉਹਦੇ ਲੱਗਦੇ ਸੀਗੇ ਟੈਸਟ ਦੇ। ਫਿਰ ਉਹ ਟੈਸਟ ਕਰਵਾਇਆ। ਉਹਨਾਂ ਨੇ ਮੇਰੀਆਂ ਕਈ ਹੋਰ ਚੀਜ਼ਾਂ ਬੰਦ ਕਰਤੀਆਂ। ਉਹਦੇ ਵਿੱਚ ਆਟਾ ਬੰਦ ਕਰਤਾ, ਕਣਕ ਦਾ।
ਫਿਰ ਉਹਦੇ ਵਿੱਚ ਉਹ ਦੁੱਧ ਬੰਦ ਕਰਤਾ, ਦੁੱਧ ਦੇ ਪ੍ਰੋਡਕਟ ਬੰਦ ਕਰਤੇ, ਕਾफ़ी ਚੀਜ਼ਾਂ ਉਹਨਾਂ ਨੇ, ਦਾਲਾਂ ਬੰਦ ਕਰਤੀਆਂ, ਉਹਨਾਂ ਨੇ ਹੋਰ ਵੀ ਬੰਦ ਕਰਤਾ। ਫਿਰ ਮੇਰੇ ਕੋਲ ਖਾਣ ਲਈ ਸਿਰਫ ਬਾਜਰਾ, ਜਵਾਰ ਤਾਂ ਇੱਦਾਂ ਦੀਆਂ ਚੀਜ਼ਾਂ ਤੋਂ ਥੋੜ੍ਹੀਆਂ ਰਹਿ ਗਈਆਂ ਸੀ। ਸਬਜ਼ੀਆਂ, ਇੱਕ ਦੋ ਸਬਜ਼ੀਆਂ, ਲੌਕੀ ਤਾਂ ਕੱਦੂ, ਪੇਠਾ, ਉਹ ਵੀ ਮੇਰੇ ਸੀ ਸਿਰਫ ਬੋਇਲ ਕਰਕੇ। ਉਹ ਮੇਰੇ ਮਿਸੇਜ ਨੇ ਵੀ ਬੜੀ ਮਿਹਨਤ ਮੇਰੇ 'ਤੇ ਕੀਤੀ, ਸਾਰਾ ਬਹੁਤ ਉਹਨਾਂ ਦਾ ਉੱਦਮ ਆ ਸਤਿਗੁਰੂ ਦੀ ਕਿਰਪਾ ਦੇ ਨਾਲ। ਸਵੇਰੇ ਸ਼ਾਮ ਜਾਂ 2-2 3-3 ਟਾਈਮ ਤਾਜ਼ਾ ਸਬਜ਼ੀਆਂ ਬਣਾ ਕੇ ਵੀ ਤੜਕੇ ਨਾਲ ਗੈਸ ਹੁੰਦੀ ਆ, ਆਹ ਚੀਜ਼ ਨਾਲ ਕੋਈ ਅਫੈਕਟ ਹੁੰਦਾ ਵਾ, ਗੈਸ ਬਣਦੀ ਆ, ਤੇਜ਼ਾਬ ਬਣਦੇ ਆ, ਚੇਂਜਿੰਗ ਕਰ ਕਰਕੇ ਫਿਰ ਸਿਰੇ 'ਤੇ ਤਾਂ ਬੋਇਲ ਕਰਕੇ ਹੀ ਸਬਜ਼ੀ ਆ ਗਿਆ ਸੀ। ਸਿਰਫ ਉਹ 1-2-3 ਸਬਜ਼ੀਆਂ ਸੀਗੀਆਂ ਜਿਹੜੀਆਂ ਸਾਰਾ ਦਿਨ ਸਵੇਰੇ 2-3 ਟਾਈਮ ਉਹੀ ਖਾਣੀਆਂ, ਅਤੇ ਉਹਨਾਂ ਦੇ ਵਿੱਚ ਸਿਰਫ ਲੂਣ, ਮਿਰਚ, ਥੋੜ੍ਹੀ ਜਿਹੀ ਹਲਦੀ ਪਾ ਕੇ ਬਸ, ਤਾਂ ਇੱਦਾਂ ਸੀ। ਪਰ ਫਿਰ ਵੀ ਗੈਸ ਹੁੰਦੀ ਰਹਿੰਦੀ ਸੀ, ਫਿਰ ਵੀ ਗੈਸ ਉਹ ਸਿਰ ਨੂੰ ਚੜ੍ਹਨੀ, ਅੱਖਾਂ ਨੂੰ ਚੜ੍ਹਨੀ, ਉਹਦੇ ਨਾਲ ਸਰਵਾਈਕਲ ਦਾ, ਗਰਦਨ ਦੇ ਵਿੱਚ ਇੱਥੇ ਹੋਰ ਅਕੜਾ ਆ ਜਾਣਾ। ਥੱਲੇ ਤਾਂ ਮੈਂ ਦੇਖ ਨਹੀਂ ਸੀ ਸਕਦਾ, ਪੌੜੀਆਂ ਚੜ੍ਹਨਾ ਉਤਰਨਾ ਔਖਾ ਸੀ, ਅਤੇ ਜੀਵਨ ਕਾਫੀ ਮੁਸ਼ਕਲ ਭਰਿਆ ਹੋ ਗਿਆ ਸੀ। ਅਰਦਾਸਾਂ ਬੇਨਤੀਆਂ ਕਰਨੀਆਂ ਗੁਰੂ ਪਾਤਸ਼ਾਹ ਅੱਗੇ, ਤਾਂ ਫਿਰ ਡਿਪਰੈਸ਼ਨ ਵਾਲਾ ਕੰਮ ਸ਼ੁਰੂ ਹੋ ਗਿਆ, ਰੋਣਾ, ਅਤੇ ਕਿ ਕੀ ਬਣੇਗਾ। ਤਾਂ ਪਾਣੀ ਪੀ ਜਾਣਾ, ਤਾਂ ਖਾਣੇ ਦੀ ਭੁੱਖ ਲੱਗਣੀ, ਡਾਕਟਰਾਂ ਨੇ ਵੀ ਕਹਿਣਾ ਤੇ ਭੁੱਖੇ ਨਾ ਰਹੋ, ਘੰਟੇ ਬਾਅਦ ਖਾਓ, ਅੱਧੇ ਘੰਟੇ ਬਾਅਦ ਖਾਓ। ਉਹ ਗੱਡੀ 'ਚ ਜਾਂ ਨਾਲ ਪਾਣੀ ਦੀ ਬੋਤਲ ਰੱਖਣੀ, ਨਾਲ ਬਿਸਕਿਟ ਵਗੈਰਾ ਰੱਖਣੇ ਨਾਲ। ਉਹ ਬਾਅਦ ਵਿੱਚ ਜਦੋਂ ਜਾ ਕੇ ਪਤਾ ਲੱਗਿਆ ਕਿ ਇਹ ਸਾਰੀਆਂ ਚੀਜ਼ਾਂ ਖਰਾਬ ਸੀ, ਕਿਉਂਕਿ ਜੋ ਨਮਕੀਨ ਖਾਣਾ, ਬਿਸਕਿਟ ਖਾਣੇ, ਤਾਂ ਉਹ ਫਰਾਈ ਵਾਲਾ ਸਮਾਨ ਜਾਂ ਉਹ ਜੋ ਸਮਾਨ ਸੀ, ਜਾਂ ਉਹ ਵੀਟ ਦੇ ਮੈਂ ਬਿਸਕੁਟ ਫਿਰ ਖਾਣੇ ਸ਼ੁਰੂ ਕਰਤੇ ਦੂਸਰੇ, ਕਿ ਮੈਦੇ ਦੇ ਖਰਾਬ ਕਰਦੇ ਨੇ। ਆਪਾਂ ਹੋਲ ਵੀਟ ਵਾਲੇ ਖਾਈਏ, ਡਾਈਜੈਸਟਿਵ ਜੋ ਹੈ ਬਿਸਕਿਟ, ਉਹ ਉਸ ਤੋਂ ਵੀ ਜ਼ਿਆਦਾ ਖਰਾਬ ਕਰਦੇ ਸੀ, ਕਿਉਂਕਿ ਕਣਕ ਹੀ ਖਰਾਬ ਕਰਦੀ ਸੀ। ਅੱਛਾ, ਇਹ ਤਾਂ ਮੈਡੀਕਲ ਦੀ ਜੋ ਇੰਗਲਿਸ਼ ਦੀ ਸਟੋਰੀ ਹੋ ਗਈ। ਉਹ ਤੋਂ ਬਾਅਦ ਜਦੋਂ ਫਿਰ ਸਮਾਂ ਬਣਿਆ, ਤਾਂ ਫਿਰ ਵੀ ਇੰਨਾ ਤੰਗ, ਗੁਰੂ ਘਰ ਵੀ ਲੰਗਰ ਨਾ ਛਕ ਹੋਣਾ, ਜਾਂ ਗੁਰੂ ਦੇਗ ਨਾ ਲੈ ਹੋਣੀ, ਜਾਂ ਹੋਰ ਹੋਣਾ, ਕਿਉਂਕਿ ਤੰਗ ਹੋ ਜਾਣਾ ਕੋਈ ਨਾ ਕੋਈ ਚੀਜ਼ ਖਾ ਕੇ, ਅਤੇ ਬੁਰਾ ਹਾਲ ਹੋ ਜਾਣਾ। ਇੱਦਾਂ ਹੋਣਾ ਵੀ ਮੈਂ ਡਿੱਗ ਪੈਣਾ, ਘਬਰਾਹਟ ਹੋ ਜਾਣੀ, ਜਾਂ ਪਿਛਲਾ ਖਾਧਾ ਪੀਤਾ ਨਿਕਲ ਜਾਣਾ, ਤਾਂ ਨਵਾਂ ਖਾ ਲੈਣਾ, ਪਿਛਲਾ ਨਿਕਲ ਜਾਣਾ, ਨਵਾਂ ਖਾ ਲੈਣਾ, ਇੱਕਦਮ ਉਹ ਪੇਟ ਧੋ ਦੇਣਾ ਉਹਨਾਂ ਨੇ। ਨਾ ਸੇਬ ਪਚਦਾ ਸੀ, ਨਾ ਨਿੰਬੂ, ਨਾ ਸੰਤਰਾ, ਤਾਂ 1-2 ਫਰੂਟ ਰਹਿ ਗਏ ਸੀ ਬਸ, ਸਿਰਫ ਕੇਲਾ ਅਤੇ ਜਾਂ ਫਿਰ ਅਮਰੂਦ। ਬਾਕੀ ਸਾਰੇ ਫਰੂਟ ਜਿਨ੍ਹਾਂ 'ਚ ਖਟਾਸ ਸੀ, ਜਿਨ੍ਹਾਂ 'ਚ ਕੁਛ ਸੀ, ਉਹ ਕੋਈ ਵੀ ਨਹੀਂ ਸੀ ਪਚਦਾ। ਡਾਕਟਰ ਬਸ ਬੰਦ ਕਰੀ ਜਾਂਦੇ ਸੀ ਕਿ ਬੰਦ ਕਰ ਦਿਓ, ਨਾ ਖਾਓ। ਅੱਛਾ, ਫਿਰ ਉਹ ਚਲੋ ਇਹ ਸਮਾਂ ਜੋ ਕਿਸੇ ਤਰ੍ਹਾਂ ਬਣਿਆ ਅਕਾਲ ਪੁਰਖ ਦੀ ਰਹਿਮਤ ਨਾਲ, ਭਾਜੀ ਸੰਤੋਖ ਸਿੰਘ ਹੋਣਾ ਨੇ ਸਾਨੂੰ ਦੱਸਿਆ, ਪਰਿਵਾਰ ਨੇ, ਉਹਨਾਂ ਨੇ, ਤਾਂ ਇਹ ਜਦੋਂ ਆਰੰਭ ਕੀਤਾ, ਬੜੀ ਅਕਾਲ ਪੁਰਖ ਦੀ ਬਖਸ਼ਿਸ਼ ਹੋਈ। ਇਹ ਜੋ ਫਿਰ ਮੇਰੇ ਮਿਸੇਜ ਵੀ ਕਈ ਰੋਗਾਂ ਤੋਂ ਪੀੜਤ ਸੀ, ਉਹਨਾਂ ਦੇ ਵੀ ਠੀਕ ਹੋ ਗਏ। ਉਹ ਦੱਸਣਗੇ ਕਿਸੇ ਦਿਨ, ਸਤਿਗੁਰੂ ਰਹਿਮਤ ਕਰਨ। ਉਹ ਵੀ ਸਾਡੀਆਂ ਭੈਣਾਂ, ਮਾਤਾਵਾਂ, ਬੀਬੀਆਂ, ਬੱਚੀਆਂ ਦੇ ਲਈ ਉਹ ਵੀ ਆਪਣਾ ਕੋਈ ਜੋ ਐਕਸਪੀਰੀਅੰਸ ਹੈ ਉਹ ਜ਼ਰੂਰ ਉਹਨਾਂ ਦੇ ਨਾਲ ਕਦੇ ਸਾਂਝਾ ਕਰਨਗੇ, ਅਤੇ ਸਾਰਾ ਦੱਸਣਗੇ ਉਹਨਾਂ ਨੂੰ। ਫਿਰ ਉਹ ਵੀ ਅੱਜ ਦੇ ਤਰੀਕ ਦੇ ਵਿੱਚ ਸਤਿਗੁਰੂ ਦੀ ਕਿਰਪਾ ਰਹਿਮਤ ਦੇ ਨਾਲ ਠੀਕ ਨੇ। ਸਾਡੀਆਂ ਤਕਰੀਬਨ ਹੁਣ ਪਿਛਲੇ ਸਾਲ ਅਸੀਂ ਜੋ 2019 ਦੇ ਵਿੱਚ ਜੁਲਾਈ ਵਿੱਚ ਸ਼ੁਰੂ ਕੀਤਾ ਸੀ, ਉਸ ਟਾਈਮ ਈਦ ਜੁਲਾਈ ਵਿੱਚ ਆਈ ਸੀ, ਅਤੇ ਹੁਣ ਤੱਕ ਸਾਡੀਆਂ ਵੀ ਦਵਾਈਆਂ ਸਾਰੀਆਂ ਛੁੱਟ ਗਈਆਂ। ਕੋਈ ਦਵਾਈ ਨਹੀਂ ਚੱਲਦੀ, ਸਭ ਦਵਾਈਆਂ ਅਸੀਂ ਸਿੱਟ ਦਿੱਤੀਆਂ। ਇਸੇ ਤਰ੍ਹਾਂ ਬੱਚਿਆਂ ਦੀਆਂ ਵੀ ਬੜੀ ਸਤਿਗੁਰੂ ਦੀ ਰਹਿਮਤ ਹੋਈ। ਤਾਂ ਇਹੀ ਅਸੀਂ ਵੀ ਹੁਣ, ਸਾਡਾ ਉਪਰਾਲਾ ਹੁਣ ਇਹੀ ਹੈ ਕਿ ਆਪਣੇ ਜੋ ਪੰਜਾਬੀ ਸਮਾਜ ਹੈ, ਸਾਡਾ ਪੰਜਾਬੀ ਭਾਈਚਾਰਾ ਹੈ, ਪਰਿਵਾਰ ਨੇ, ਉਹਨਾਂ ਨੂੰ, ਜਿਨ੍ਹਾਂ ਨੂੰ ਨਹੀਂ ਪਤਾ, ਉਹਨਾਂ ਨੂੰ ਜਾਗਰਤ ਕਰੀਏ। ਸਤਿਗੁਰੂ ਕਿਰਪਾ ਰਹਿਮਤ ਕਰਨ, ਇਸ ਚੀਜ਼ ਦਾ ਫਾਇਦਾ ਲੈਣ ਉਹ। ਅਤੇ ਜੋ ਅਸੀਂ ਡੰਨ ਭਰਦੇ ਹਾਂ ਦਵਾਈਆਂ ਦਾ, ਹੋਸਪਿਟਲਾਂ ਦੇ ਵਿੱਚ ਜਾ ਕੇ ਟਾਈਮ ਵੇਸਟ ਬਰਬਾਦ ਕਰਦੇ ਹਾਂ ਆਪਣਾ, ਆਹ ਟੈਸਟ ਕਰਵਾ ਲਓ ਜੀ, ਆਹ ਕਰ ਲਓ, ਤਾਂ ਕਰਜ਼ੇ ਚੱਕ ਕੇ ਜਾਂ ਇਲਾਜ ਕਰਾਉਣੇ ਪੈਂਦੇ ਨੇ। ਤਾਂ ਅਸੀਂ ਅਰਦਾਸ ਕਰੀਏ ਸਤਿਗੁਰੂ ਅੱਗੇ ਕਿ ਸਾਨੂੰ ਸਮੱਤ ਬਖਸ਼ਣ ਸਤਿਗੁਰੂ, ਅਸੀਂ ਇਸ ਰਾਹ 'ਤੇ ਚੱਲ ਸਕੀਏ। ਸੋ ਇਹਦੇ ਵਿੱਚ ਕੀ ਹੈ, ਸਾਨੂੰ ਜੋ ਸਾਡਾ ਖਾਣ ਪਾਣ ਹੈ ਉਹ ਸਾਨੂੰ ਬਦਲੀ ਕਰਨਾ ਪੈਣਾ ਹੈ, ਕਿਉਂਕਿ ਜੋ ਸਾਡੀ ਜੋ ਧਰਤੀ ਭਾਰਤ ਦੀ ਹੈ, ਰਿਸ਼ੀਆਂ ਮੁਨੀਆਂ, ਪੀਰਾਂ, ਪੈਗੰਬਰਾਂ, ਗੁਰੂਆਂ ਦੀ ਸਾਡੀ ਧਰਤੀ ਹੈ, ਜਿੱਥੇ
ਇਹ ਸਾਰੇ ਮਹਾਂਪੁਰਸ਼ ਪੈਦਾ ਹੋਏ। ਬੜੀ ਅਸੀਂ ਧੰਨ ਭਾਗ ਸਮਝਦੇ ਹਾਂ ਕਿ ਸਾਨੂੰ ਸਤਿਗੁਰੂ ਨੇ ਉਸ ਧਰਤੀ ਦੇ ਉੱਤੇ, ਅਕਾਲ ਪੁਰਖ ਨੇ ਸਾਨੂੰ ਪੈਦਾ ਕੀਤਾ ਹੈ। ਬੜਾ ਮਾਣ ਹੈ ਸਾਨੂੰ। ਅਤੇ ਉਸ ਧਰਤੀ 'ਤੇ ਇੰਨੇ ਗ੍ਰੰਥ ਰਚੇ ਗਏ। ਤਾਂ ਉਸ ਧਰਤੀ ਸਾਡੀ ਜੋ ਭਾਰਤ ਵਰਸ਼ ਦੀ ਹੈ, ਪਵਿੱਤਰ ਧਰਤੀ ਹੈ, ਉਸ ਨੂੰ ਅਸੀਂ ਉਸ ਦਾ ਸਤਿਕਾਰ ਕਰਦੇ ਹਾਂ। ਉਸ ਨੂੰ ਅਸੀਂ ਵਾਰ-ਵਾਰ ਨਮਨ ਕਰਦੇ ਹਾਂ, ਸਿਰ ਝੁਕਾਉਂਦੇ ਹਾਂ ਅਸੀਂ। ਸੋ ਬੜਾ ਅਕਾਲ ਪੁਰਖ ਦਾ ਬੇਅੰਤ ਸ਼ੁਕਰਾਨਾ ਧੰਨਵਾਦ ਹੈ ਕਿ ਸਾਨੂੰ ਉਸ ਧਰਤੀ ਦੇ ਉੱਤੇ ਜੀਵਨ ਦਿੱਤਾ ਹੈ ਸਤਿਗੁਰੂ ਨੇ। ਸੋ ਉਹ ਜੋ ਪੁਰਾਣੇ ਸਮੇਂ ਤੋਂ ਲੈ ਕੇ ਇਹ ਖਾਣ ਪੀਣ ਚੱਲਦਾ ਸੀ, ਜਦੋਂ ਅੱਗ ਦੀ ਕਾਢ ਨਹੀਂ ਕੱਢੀ ਸੀ, ਜਦੋਂ ਅਕਾਲ ਪੁਰਖ ਨੇ ਜੀਵਨ ਪੈਦਾ ਕੀਤਾ ਧਰਤੀ ਦੇ ਉੱਤੇ, ਤਾਂ ਫਿਰ ਉਸ ਟਾਈਮ ਫੁੱਲ ਪੱਤੀਆਂ ਜਾਂ ਫਲ ਫਰੂਟ ਇਹੀ ਉਸ ਟਾਈਮ 'ਤੇ ਜੋ ਮਾਨਵ ਸੀ ਖਾਂਦਾ ਸੀ। ਜਾਂ ਜੇ ਅਸੀਂ ਥੋੜ੍ਹਾ ਪਿੱਛੇ ਇਹ ਦੇਖੀਏ, ਜਿਸ ਤਰ੍ਹਾਂ ਕਹਿੰਦੇ ਨੇ, ਸਾਇੰਸ ਦੱਸਦੀ ਹੈ ਕਿ ਬੰਦਾ ਜੋ ਹੈ ਬੰਦਰ ਤੋਂ ਬਣਿਆ ਅੱਗੇ ਜਾ ਕੇ ਸੋਧ ਕਰਕੇ, ਤਾਂ ਆਪਾਂ ਦੇਖੀਏ ਕਿ ਉਹ ਕੀ ਚੀਜ਼ਾਂ ਖਾਂਦੇ ਨੇ। ਤਾਂ ਉਸ ਤੋਂ ਬਾਅਦ ਜਿਸ ਤਰ੍ਹਾਂ ਸਾਡੇ ਸ਼੍ਰੀ ਰਾਮ ਚੰਦਰ ਜੀ ਦਾ ਬਨਵਾਸ ਦੇਖੀਏ, ਉਹਦੇ ਵਿੱਚ ਆਉਂਦਾ ਹੈ ਕਿ ਉਹ ਜੰਗਲਾਂ ਵਿੱਚ 14 ਸਾਲ ਰਹੇ। ਤਾਂ ਉਹ ਅਸੀਂ ਦੇਖੀਏ ਕਿ ਕੀ ਖਾਧਾ ਉਹਨਾਂ ਨੇ ਇਹੀ ਚੀਜ਼ਾਂ ਖਾਧੀਆਂ। ਅਤੇ ਫਿਰ ਉਸ ਤੋਂ ਅੱਗੇ ਆ ਜਾਈਏ, ਜਾਂ ਸਾਡੇ ਗੁਰਸਿੱਖ ਇਤਿਹਾਸ ਦੇ ਵਿੱਚ ਜੰਗਾਂ ਯੁੱਧਾਂ ਹੋਈਆਂ, ਤਾਂ ਸਾਡੇ ਗੁਰਸਿੱਖ ਪਿਆਰੇ ਜੋ ਕਿੰਨਾ ਸਮਾਂ ਜੰਗਲਾਂ ਦੇ ਵਿੱਚ ਰਹਿੰਦੇ ਸੀ, ਤਾਂ ਉਹ ਕੀ ਖਾਂਦੇ ਸੀ ਜੰਗਾਂ ਯੁੱਧਾਂ ਦੇ ਵਿੱਚ, ਜਾਂ ਜੰਗਲਾਂ ਦੇ ਵਿੱਚ ਕੀ ਖਾਂਦੇ ਸੀ? ਉਹ ਇਹੀ ਚੀਜ਼ਾਂ ਸੀ, ਫਲ ਫਰੂਟ ਸਬਜ਼ੀਆਂ। ਤਾਂ ਇਹਨਾਂ ਨਾਲ ਢਿੱਡ ਭਰਦੇ ਸੀ ਅਤੇ ਉਹ ਤਾਂ ਹੀ ਰਿਸ਼ਟ ਪੁਸ਼ਟ ਸੀ, ਬਿਮਾਰੀਆਂ ਨਹੀਂ ਸੀ। ਪਰ ਅੱਜ ਅਜੋਕਾ ਸਮਾਂ ਸਾਡਾ ਇੰਨਾ ਖਾਣ ਪੀਣ ਦੇ ਵਿੱਚ ਜੋ ਨਿਘਾਰ ਆ ਗਿਆ ਕਿ ਅਸੀਂ ਤਲਿਆ ਜਾਂ ਫਾਸਟ ਫੂਡ ਅੱਜ ਖਾਣੇ ਨੇ ਕਿੱਦਾਂ ਦਾ ਰੂਪ ਲੈ ਲਿਆ। ਅਤੇ ਜੋ ਪਹਿਲਾਂ ਦੇ ਸਾਡੀਆਂ ਖੁਰਾਕਾਂ ਸੀ, ਜਿਸ ਦੇ ਵਿੱਚ ਬਾਜਰਾ, ਜਵਾਰ, ਜਾਂ ਜਿਹੜੇ ਹੋਰ ਵੀ ਅੱਜ ਕੱਲ੍ਹ ਉਹਨਾਂ ਨੂੰ ਮਿਲਟਸ ਕਹਿ ਦਿੰਦੇ ਆ, ਅਤੇ ਇਹ ਚੀਜ਼ਾਂ ਸੀ ਖਾਣ ਪੀਣ ਦੀਆਂ। ਉਸ ਤੋਂ ਬਾਅਦ ਦੁੱਧ ਸੀ, ਸਾਰਾ ਜੋ ਸੀ ਚੀਜ਼ਾਂ ਤਾਕਤ ਵਾਲੀਆਂ ਸੀ, ਬਿਨਾਂ ਕੈਮੀਕਲ ਤੋਂ ਸੀ। ਅੱਜ ਕੱਲ੍ਹ ਰਸਾਇਣਿਕ ਖਾਦਾਂ, ਰਸਾਇਣਿਕ ਦਵਾਈਆਂ, ਉਹਨਾਂ ਨੇ ਸਾਰੀ ਚੀਜ਼ ਦਾ, ਇੱਥੋਂ ਤੱਕ ਕਿ ਪਾਣੀ ਦਾ ਵੀ ਰੂਪ ਵਿਗਾੜ ਦਿੱਤਾ। ਸਾਰਾ ਕੁਛ ਜੋ ਜ਼ਹਿਰੀਲਾ ਹੋ ਗਿਆ। ਤੋ ਇਹਨਾਂ ਚੀਜ਼ਾਂ ਦੇ ਕਰਕੇ ਸਾਡੀ ਜੋ ਸਿਹਤ ਹੈ ਉਹ ਖਰਾਬ ਹੋ ਗਈ। ਉਸ ਤੋਂ ਬਾਅਦ ਸਾਡਾ ਜੋ ਜੀਭ ਦਾ ਸਵਾਦ, ਸਾਡਾ ਜੋ ਨੱਕ ਦਾ ਸੁੰਘਣ ਸ਼ਕਤੀ, ਇਸ ਸੁਗੰਧੀਆਂ ਨੇ ਸਾਨੂੰ ਖਾਣ ਪੀਣ ਦੇ ਵਿੱਚ ਇੰਨਾ ਥੱਲੇ ਕਰਤਾ, ਇੰਨਾ ਨਿਘਾਰ ਲਿਆਂਦਾ ਸਾਡੇ, ਕਿ ਅਸੀਂ ਜੋ ਸਾਡੇ ਖਾਣੇ ਨਹੀਂ ਸੀ, ਡਬਲ ਰੋਟੀਆਂ, ਬ੍ਰੈਡ ਵਗੈਰਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਮੈਦੇ ਦੀਆਂ ਚੀਜ਼ਾਂ, ਪੀਜ਼ੇ, ਬਰਗਰ, ਨੂਡਲਸ, ਇਹ ਸਾਡੀਆਂ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਸੀ। ਇਹ ਅਸੀਂ ਖਾਣ ਲੱਗ ਗਏ, ਖੰਡ ਖਾਣ ਲੱਗ ਗਏ, ਲੂਣ ਆ ਗਏ, ਆਰਟੀਫਿਸ਼ੀਅਲ ਚੀਜ਼ਾਂ ਜੋ ਕੁਦਰਤੀ ਚੀਜ਼ਾਂ ਨਹੀਂ ਸੀ। ਪਹਿਲਾਂ ਅਸੀਂ ਜੋ ਪੱਥਰ ਦਾ ਲੂਣ ਖਾਂਦੇ ਸੀ, ਜਿਸ ਨੂੰ ਰੌਕ ਸਾਲਟ ਕਹਿੰਦੇ ਆ, ਜਾਂ ਪੱਥਰ ਦਾ ਲੂਣ, ਜਾਂ ਪਾਕਿਸਤਾਨੀ ਲੂਣ ਵੀ ਕਹਿੰਦੇ ਆ, ਕਾਲਾ ਲੂਣ ਖਾਂਦੇ ਸੀ। ਸੋ ਇਸ ਤਰ੍ਹਾਂ ਇਹ ਚੀਜ਼ਾਂ, ਗੁੜ ਖਾਂਦੇ ਸੀ, ਖੰਡ ਨਹੀਂ ਸੀ। ਅਤੇ ਗੁੜ ਦੀਆਂ ਚੀਜ਼ਾਂ ਬਣਦੀਆਂ ਸੀ, ਗੁਲਗੁਲੇ ਬਣਦੇ ਸੀ, ਗੁੜ ਦੇ ਉਹ ਮੀਂਹ ਪੈਂਦੇ ਸੀ, ਬਾਰਿਸ਼ ਹੁੰਦੀ ਸੀ, ਤਾਂ ਮਾਲਪੂੜੇ ਬਣਦੇ ਸੀ, ਗੁੜ ਦੇ ਚੌਲ ਬਣਨੇ, ਗੁੜ ਦੀਆਂ ਸਾਰੀਆਂ ਚੀਜ਼ਾਂ ਜੋ ਮਿੱਠਾ ਸੀ, ਗੁੜ ਖਾਣਾ। ਤਾਂ ਉਹ ਸਾਰਾ ਉਹ ਜੋ ਸੀ, ਬਾਅਦ ਦੇ ਵਿੱਚ ਖੰਡ ਨੇ, ਚੋਕਲੇਟਾਂ ਨੇ ਅੱਜ ਇਹ ਜਗ੍ਹਾ ਲੈ ਲਈ। ਇਸ ਕਰਕੇ ਅਸੀਂ ਜੋ ਸਿਆਣੇ ਉਮਰ ਦੇ, ਵੱਡੀ ਉਮਰ ਦੇ ਜੋ ਲੋਕ ਨੇ, ਉਹ ਤਾਂ ਬਿਮਾਰ ਹੈ ਹੀ ਨੇ, ਪਰ ਬੱਚੇ ਵੀ ਬਿਮਾਰ ਹੋ ਗਏ ਇਹਨਾਂ ਚੀਜ਼ਾਂ ਤੋਂ, ਕਿਉਂਕਿ ਉਹਨਾਂ ਨੂੰ ਵੀ ਜੋ ਮਾਂ ਦੇ, ਇੱਥੋਂ ਤੱਕ ਕਿ ਮਾਂ ਦੇ ਪੇਟ ਵਿੱਚੋਂ ਹੀ ਫਿਰ ਉਹ ਜੋ ਕੈਮੀਕਲ ਖਾਣਾ ਸ਼ੁਰੂ ਹੋ ਜਾਂਦਾ ਹੈ, ਇੰਜੈਕਸ਼ਨ ਲੱਗਣੇ ਬੱਚਿਆਂ ਦੇ, ਪਹਿਲਾਂ ਤੋਂ ਹੀ ਫਾਈਲਾਂ ਬਣ ਜਾਂਦੀਆਂ ਨੇ। ਸੋ ਇਸ ਕਰਕੇ ਅਗਰ ਸਾਡਾ ਖਾਣ ਪੀਣ ਸਹੀ ਹੈ, ਤਾਂ ਸਾਡੇ 'ਤੇ ਜੋ ਰੋਗ ਹੈ ਉਹ ਹਮਲਾ ਨਹੀਂ ਕਰਦੇ। ਅੱਜ ਕੱਲ੍ਹ ਦੀ ਜੋ ਤਰੀਕ ਦੇ ਵਿੱਚ ਇਹ ਵਾਇਰਸ ਚੱਲ ਰਿਹਾ ਹੈ, ਕਰੋਨਾ ਵਾਇਰਸ ਕਰਕੇ, ਇੱਥੋਂ ਤੱਕ ਕਿ ਉਹ ਵੀ ਇਸ ਚੀਜ਼ 'ਤੇ ਅਗਰ ਸਾਡਾ ਖਾਣ ਪੀਣ ਸਹੀ ਹੈ ਤਾਂ ਉਹ ਅਸਰ ਨਹੀਂ ਕਰਦਾ। ਕਿਉਂਕਿ ਇਹ ਜੋ ਸਾਡਾ ਖਾਣ ਪੀਣ, ਅਗਰ ਅਸੀਂ ਇਹਦੇ ਵਿੱਚ ਕੀ ਹੈ ਕਿ ਕੱਚਾ ਖਾਣਾ ਹੈ, ਕੱਚਾ ਹੀ ਸੱਚਾ, ਜੋ ਬੀਬੀ ਚੌਹਾਨ ਜੀ ਨੇ ਨਾਅਰਾ ਦਿੱਤਾ ਹੈ ਕਿ ਬਾਕੀ ਜੋ ਅਸੀਂ, ਉਹਨਾਂ ਨੇ ਕਿਹਾ ਕਿ ਦਾਲਾਂ ਖਾਂਦੇ ਹਾਂ, ਅੰਨ ਖਾਂਦੇ ਹਾਂ, ਜੋ ਵੀ
ਇਹ ਅਨਾਜ ਹੈ, ਇਹ ਚਿੜੀਆਂ ਦਾ ਖਾਣਾ ਹੈ, ਜਾਨਵਰਾਂ ਦਾ ਖਾਣਾ ਹੈ। ਸੋ ਸਾਡਾ ਜੋ ਖਾਣਾ ਹੈ ਉਹੀ ਸਬਜ਼ੀਆਂ, ਫਰੂਟ ਵਗੈਰਾ, ਇਹ ਮਨੁੱਖ ਦਾ ਖਾਣਾ ਹੈ। ਕਿਉਂਕਿ ਸਤਿਗੁਰੂ ਅਕਾਲ ਪੁਰਖ ਨੇ ਜੋ ਜੀਵਨ ਸਾਜਿਆ ਹੈ ਧਰਤੀ 'ਤੇ, ਉਹਨਾਂ ਦਾ ਖਾਣਾ, ਉਹਨਾਂ ਦਾ ਜੋ ਹੈ ਉਹਨਾਂ ਦੇ ਮੁਤਾਬਕ ਉਹ ਵੀ ਨਾਲ ਹੀ ਸਾਜਿਆ ਹੈ। ਜਿਸ ਤਰ੍ਹਾਂ ਜੰਗਲਾਂ ਦੇ ਵਿੱਚ ਜੰਗਲੀ ਜਾਨਵਰ ਨੇ, ਉਹ ਕੀ ਖਾਂਦੇ ਨੇ, ਪਾਣੀ ਦੇ ਵਿੱਚ ਜੋ ਜਾਨਵਰ ਹੈ ਉਹ ਕੀ ਖਾਂਦੇ ਆ, ਸਾਡਾ ਜੋ ਧਰਤੀ 'ਤੇ ਹੈ, ਸਾਡਾ ਜੋ ਮਨੁੱਖਾ ਜੀਵਨ ਹੈ, ਇਸ ਦਾ ਕੀ ਖਾਣਾ ਹੈ। ਪਰ ਜੇ ਦੇਖਿਆ ਜਾਵੇ ਕਿ ਜੋ ਜੰਗਲਾਂ ਦੇ ਵਿੱਚ ਨੇ, ਜੰਗਲੀ ਜਾਨਵਰ ਨੇ, ਉੱਥੇ ਕਿੱਥੇ ਹਸਪੀਟਲ ਨੇ, ਹਸਪਤਾਲ ਨੇ, ਕਿੱਥੇ ਉਹਨਾਂ ਦਾ ਇਲਾਜ ਹੁੰਦਾ ਹੈ। ਕਿਉਂਕਿ ਉਹ ਜੋ ਕੁਦਰਤ ਨੇ ਉਹਨਾਂ ਨੂੰ ਦਿੱਤਾ ਹੈ, ਉਹ ਕੁਦਰਤੀ ਖਾਣਾ ਖਾਂਦੇ ਨੇ। ਅਤੇ ਫਿਰ 84 ਲੱਖ ਜੀਵ ਜੋ ਸਾਡੇ ਵੇਦ ਸ਼ਾਸਤਰ ਦੱਸਦੇ ਨੇ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਕਿ 84 ਲੱਖ ਜੀਵ ਨੇ ਧਰਤੀ ਦੇ ਉੱਤੇ, 42 ਲੱਖ ਪਾਣੀ ਦੇ ਵਿੱਚ ਨੇ, 42 ਲੱਖ ਜੋ ਧਰਤੀ ਦੇ ਉੱਪਰ ਨੇ। ਸੋ ਇਹਨਾਂ ਦਾ ਉੱਥੇ ਕੋਈ ਬਿਮਾਰੀ ਉਹਨਾਂ ਜੀਵਾਂ ਨੂੰ ਨਹੀਂ ਹੈ ਜਿਸ ਤਰ੍ਹਾਂ ਕਿ ਮਨੁੱਖਾਂ ਨੂੰ ਹੈ। ਕਿਉਂਕਿ ਮਨੁੱਖਾਂ ਨੇ ਕੀ ਕੀਤਾ, ਆਪਣੇ ਖਾਣ ਪੀਣ ਨੂੰ ਜੋ ਵਿਗਾੜ ਲਿਆ ਹੈ। ਕੁਦਰਤ ਜੋ ਹੈ ਸਾਨੂੰ ਉਹ ਖਾਣਾ ਪਹਿਲਾਂ ਤੋਂ ਹੀ ਤਿਆਰ ਕਰਕੇ, ਪਕਾ ਕੇ, ਪੱਕਿਆ ਭੋਜਨ ਸਾਨੂੰ ਦੇ ਰਹੀ ਹੈ। ਪਰ ਅਸੀਂ ਨਾ ਸਮਝੀ ਦੇ ਵਿੱਚ ਉਸ ਭੋਜਨ ਨੂੰ ਹੋਰ ਪਕਾਉਂਦੇ ਹਾਂ, ਹੋਰ ਅੱਗ 'ਤੇ ਚਾੜ੍ਹਦੇ ਹਾਂ, ਹੋਰ ਤੇਲਾਂ ਦੇ ਵਿੱਚ ਉਹਨੂੰ ਸਿੱਟਦੇ ਹਾਂ। ਅਤੇ ਉਸ ਦਾ ਜੋ ਹੈ, ਜੋ ਉਹਨੇ ਸਾਨੂੰ ਤਾਕਤ ਦੇਣੀ ਹੈ, ਜੋ ਵਿਟਾਮਿਨ, ਕੈਲਸ਼ੀਅਮ ਜੋ ਕਹਿ ਦਿੰਦੇ ਨੇ, ਜੋ ਦੇਣੇ ਨੇ, ਉਹਨਾਂ ਦਾ ਸਾਰਾ ਰੂਪ ਵਿਗੜ ਜਾਂਦਾ ਹੈ। ਕਿਉਂਕਿ ਦਾਸ ਦੇ ਵੀ ਇਹੀ ਗੱਲ ਸਮਝ ਪਈ ਸਤਿਗੁਰੂ ਦੀ ਕਿਰਪਾ ਨਾਲ। ਅਤੇ ਪਾਲਕ ਨੂੰ ਦੇਖੋ, ਪਾਲਕ ਨੂੰ ਜ਼ਿਆਦਾ ਬੋਇਲ ਕਰ ਦਈਏ, ਜ਼ਿਆਦਾ ਤੜਕੇ ਲਾ ਦਈਏ, ਉਹ ਕੈਮੀਕਲ ਦਾ ਰੂਪ ਧਾਰਨ ਕਰ ਲੈਂਦੀ ਹੈ। ਟਮਾਟਰ ਨੂੰ ਤੜਕੇ ਲਾ ਦਿਓ, ਉਹ ਕੈਮੀਕਲ ਦਾ ਰੂਪ ਧਾਰਨ ਕਰ ਲੈਂਦਾ ਹੈ। ਕਿਉਂਕਿ ਦਾਸ ਨੇ ਖੁਦ ਦੇਖਿਆ, ਜਿਹੜੀਆਂ ਚੀਜ਼ਾਂ ਬੰਦ ਸੀ, ਬੰਦ ਗੋਭੀ ਸੀ, ਉਹ ਵੀ ਦਾਸ ਖਾ ਲੈਂਦਾ। ਕੋਈ ਹੁਣ ਉਹ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਟਮਾਟਰ ਕੱਚੇ ਖਾ ਲਈਦੇ ਆ, ਅਤੇ ਪਾਲਕ ਦਾ ਜੂਸ ਪੀਂਦੇ ਆ, ਅਤੇ ਕੋਈ ਪਰੇਸ਼ਾਨੀ ਨਹੀਂ। ਪਰ ਜਦੋਂ ਅਸੀਂ ਉਹਨਾਂ ਦੇ ਪਕੌੜੇ ਬਣਾ ਕੇ ਖਾਈਏ, ਜਾਂ ਸਬਜ਼ੀਆਂ ਬਣਾ ਕੇ ਖਾਈਏ, ਜਾਂ ਕਿਸੇ ਵੀ ਰੂਪ ਦੇ ਵਿੱਚ ਉਹਨੂੰ ਇੱਦਾਂ ਗਰਮ ਕਰਕੇ ਜਦੋਂ ਅੱਗ 'ਤੇ ਚਾੜ੍ਹਤਾ, ਅੱਗ 'ਤੇ ਚਾੜ੍ਹ ਕੇ ਉਸ ਦਾ ਜੋ ਹੈ ਰੂਪ ਜੋ ਹੈ ਉਹਦਾ ਸਾਰਾ ਬਦਲੀ ਹੋ ਜਾਂਦਾ ਹੈ। ਠੀਕ ਆ, ਸਿਰਫ ਸਾਡੇ ਜੀਭ ਦੇ ਸਵਾਦ ਲਈ ਉਹ ਸਾਨੂੰ ਅਨੁਕੂਲ ਲੱਗਦਾ ਹੈ, ਸਾਨੂੰ ਸਵਾਦਿਸ਼ਟ ਲੱਗਦਾ ਹੈ, ਅਤੇ ਸਾਨੂੰ ਉਹਦੀ ਸੁਗੰਧੀ ਚੰਗੀ ਲੱਗਦੀ ਹੈ। ਅੱਜ ਕੱਲ੍ਹ ਅਸੀਂ ਸਿਰਫ ਇਸੇ ਚੀਜ਼ਾਂ ਦੇ ਪਿੱਛੇ ਪਏ ਹਾਂ, ਪਰ ਉਹ ਸਾਡੀ ਸਿਹਤ ਲਈ ਸਾਨੂੰ ਉਹ ਕੁਛ ਨਹੀਂ ਦਿੰਦਾ। ਉਹ ਹਾਨੀਕਾਰਕ ਹੋ ਜਾਂਦਾ ਹੈ। ਉਹ ਡੈੱਡ ਭੋਜਨ ਹੁੰਦਾ, ਮਰਿਆ ਭੋਜਨ ਉਹ ਹੋ ਜਾਂਦਾ ਹੈ। ਉਹ ਅਸੀਂ ਇੱਕ ਮਰਿਆ ਹੋਇਆ ਭੋਜਨ ਖਾਂਦੇ ਹਾਂ, ਜਦ ਕਿ ਅਸੀਂ ਜੀਵਤ ਭੋਜਨ ਖਾਣਾ ਹੈ। ਅਸੀਂ ਜੀਵਤ ਇਨਸਾਨ ਹਾਂ, ਅਤੇ ਅਸੀਂ ਜੀਵਤ ਭੋਜਨ ਹੀ ਖਾਣਾ ਹੈ। ਉਹਦੇ ਵਿੱਚ ਜੀਵਤ ਭੋਜਨ, ਹੁਣ ਦੇਖੋ ਪਹਿਲਾਂ ਸਮੇਂ ਦੇ ਵਿੱਚ ਖੇਤਾਂ ਵਿੱਚ ਜਾਣਾ, ਮੂਲੀ ਪੱਟ ਕੇ ਖਾ ਲਈ, ਗਾਜਰ ਪੱਟ ਕੇ ਖਾ ਲਈ, ਗੰਨਾ ਪੱਟ ਕੇ ਚੂਪ ਲਿਆ। ਤਾਂ ਸਾਗ ਦੇ ਦਿਨਾਂ ਦੇ ਵਿੱਚ ਗੰਦਲਾਂ, ਘਰ ਵੀ ਸਾਗ ਲਿਆਉਣਾ, ਜਾਂ ਉੱਥੇ ਗੰਦਲਾਂ ਤੋੜ ਕੇ ਖਾਣੀਆਂ, ਕਿੰਨੀਆਂ ਸਵਾਦ ਲੱਗਦੀਆਂ ਸੀ। ਜਾਣੀ ਇਹ ਕਿੰਨੀਆਂ ਚੀਜ਼ਾਂ ਨੇ, ਸ਼ਲਗਮ ਖਾਣੇ, ਅਤੇ ਕਿੰਨੇ ਪਦਾਰਥ ਅਸੀਂ ਤਾਜ਼ੇ ਉਹ ਉੱਥੇ ਹੀ ਉਹ ਯਾਦ ਹੋਣਾ। ਸਾਡੇ ਜੋ ਪੁਰਾਣੇ ਮੇਰੀ ਉਮਰ ਦੇ ਗੁਰਸਿੱਖ ਪਿਆਰੇ ਨੇ, ਸਾਰਿਆਂ ਨੂੰ, ਭੈਣਾਂ ਭਰਾਵਾਂ ਨੂੰ ਇਹ ਯਾਦ ਹੋਣਾ, ਭਲੀ ਮਾਤਾਵਾਂ ਨੂੰ, ਕਿ ਕਿਸ ਤਰ੍ਹਾਂ ਉਸ ਸਮੇਂ ਦਾ ਜੀਵਨ ਸੀ। ਤਾਂ ਰਿਸ਼ਟ ਪੁਸ਼ਟ ਜੀਵਨ ਸੀਗਾ, ਅਤੇ ਉੱਥੇ ਹੀ ਖੇਤ ਦੇ ਵਿੱਚ ਹੀ ਮਾੜਾ ਮੋਟਾ ਉਹ ਤਰੇਲ ਪਈ ਹੋਣੀ ਬਰਸੀਨ 'ਤੇ, ਜਾਂ ਹੋਰ ਉਸੇ 'ਤੇ ਉਹ ਚੀਜ਼ ਨੂੰ ਇੱਦਾਂ ਮਾਰ ਕੇ, ਜਾਂ ਪੱਤਿਆਂ ਨਾਲ ਸਾਫ਼ ਕਰਕੇ, ਜਾਂ ਹੱਥ ਨਾਲ ਸਾਫ਼ ਕਰਕੇ ਉਹ ਮੂਲੀ ਵਗੈਰਾ, ਸ਼ਲਗਮ ਖਾ ਲੈਣੇ। ਅਤੇ ਉਹਨਾਂ ਚੀਜ਼ਾਂ ਦੇ ਵਿੱਚ ਕਿੰਨੀ ਉਸ ਟਾਈਮ 'ਤੇ ਤਾਕਤ ਸੀ। ਅਤੇ ਅੱਜ ਇੰਨੀਆਂ ਸਫਾਈਆਂ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਬਿਮਾਰੀਆਂ ਲੱਗ ਰਹੀਆਂ ਨੇ ਸਾਰਿਆਂ ਨੂੰ, ਬੱਚਿਆਂ ਨੂੰ ਸਪੈਸ਼ਲੀ, ਛੋਟੇ ਛੋਟੇ ਬੱਚਿਆਂ ਦੇ ਐਨਕਾਂ ਲੱਗ ਗਈਆਂ, ਛੋਟੇ ਛੋਟੇ ਬੱਚਿਆਂ ਨੂੰ ਕੀ ਬਿਮਾਰੀਆਂ ਹੋ ਗਈਆਂ। ਅੱਛਾ, ਜੇ ਦੇਖੀਏ ਤਾਂ ਇਹ ਸਿਰਫ ਖਾਣ ਪੀਣ ਤੋਂ, ਕਿਉਂਕਿ ਹੁਣ ਅਸੀਂ ਉਹੀ ਗੱਲ ਫਿਰ ਆ ਗਈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਜੋ ਹੈ ਤਾਂ ਅਣਲੋੜੀਂਦੀਆਂ ਚੀਜ਼ਾਂ ਨੂੰ ਅਸੀਂ ਜਗ੍ਹਾ ਦੇ ਦਿੱਤੀ ਹੈ। ਸੋ ਸਾਨੂੰ ਲੋੜ ਹੈ ਖਾਣ ਪੀਣ ਦੇ ਵਿੱਚ ਬਦਲਾਵ ਕਰਨ ਦੀ। ਸਾਨੂੰ ਕੱਚਾ ਖਾਣਾ ਸ਼ੁਰੂ ਕਰਨਾ ਪੈਣਾ ਹੈ, ਅਤੇ ਨਵੀਂ ਭੋਜਨ ਪ੍ਰਣਾਲੀ ਦੇ ਵਿੱਚ ਜੋ ਸਮੇਂ ਨੂੰ 24 ਘੰਟੇ ਨੂੰ 3 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ, ਜਿਸ ਵਿੱਚ ਕਿ 8 ਘੰਟੇ
ਖਾਣ ਲਈ ਨੇ, 8 ਘੰਟੇ ਉਹਨੂੰ ਪਚਾਉਣ ਲਈ ਨੇ, ਅਤੇ 8 ਘੰਟੇ ਦਾ ਫਿਰ ਵਰਤ ਆ ਜਾਂਦਾ ਹੈ। ਉਸ ਦੇ ਵਿੱਚ ਜੋ 8 ਘੰਟੇ ਦਾ ਵਰਤ ਵਾਲਾ ਸਮਾਂ ਹੈ, ਉਸ ਵਿੱਚ ਜੋ ਸਾਡੀ ਮਸ਼ੀਨ ਹੈ ਉਹ ਆਪਣੇ ਆਪ ਨੂੰ ਰਿਪੇਅਰ ਦਾ ਜਾਂ ਠੀਕ ਕਰਨ ਦਾ ਕੰਮ ਕਰਦੀ ਹੈ। ਉਸ ਸਮੇਂ ਦੇ ਵਿੱਚ ਕੁਛ ਪੇਟ ਵਿੱਚ ਪਾਉਣਾ ਨਹੀਂ ਹੈ, ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਆਪਣੇ ਜੀਵਨ ਦੇ ਵਿੱਚ ਕਿ ਅਸੀਂ ਅਗਰ ਘਰਾਂ ਦੀ ਸਫਾਈ ਕਰਨੀ ਹੈ, ਜਾਂ ਜਿਵੇਂ ਅਸੀਂ ਦੀਵਾਲੀ, ਦੁਸਹਿਰੇ 'ਤੇ ਜਾਂ ਵਿਸਾਖੀ 'ਤੇ, ਪੁਰਬਾਂ 'ਤੇ, ਜਾਂ ਘਰ ਵਿੱਚ ਕਿਸੇ ਪ੍ਰੋਗਰਾਮ ਆਉਣ 'ਤੇ ਅਸੀਂ ਸਫਾਈਆਂ ਕਰਦੇ ਹਾਂ, ਡੀਪ ਕਲੀਨਿੰਗ, ਬਹੁਤ ਜ਼ਿਆਦਾ ਸਫਾਈ, ਤਾਂ ਉਹਦੇ ਵਿੱਚ ਕੀ ਹੈ ਕਿ ਸਾਨੂੰ ਥੋੜ੍ਹਾ ਰੋਜ਼ਮर्रा ਦੇ ਜੋ ਜ਼ਿੰਦਗੀ ਦੇ ਕੰਮ ਕਾਜ ਨੇ ਉਹਨਾਂ ਨੂੰ ਥੋੜ੍ਹਾ ਸਾਨੂੰ ਘਟਾਉਣਾ ਪਵੇਗਾ, ਤਾਂ ਕਿ ਅਸੀਂ ਉਹ ਸਫਾਈ ਵੱਲ ਧਿਆਨ ਦੇ ਸਕੀਏ। ਜਾਂ ਹੋਰ ਦੂਸਰੀ ਉਦਾਹਰਨ ਕਿ ਅਗਰ ਸੜਕ ਦਾ ਕੰਮ ਚੱਲਦਾ ਹੈ ਜਾਂ ਪਾਈਪਲਾਈਨ ਦਾ ਕੰਮ ਚੱਲਦਾ ਹੈ, ਸੜਕ 'ਤੇ ਆਵਾਜਾਈ ਰੋਕਣੀ ਪਵੇਗੀ, ਅਤੇ ਇਸੇ ਤਰ੍ਹਾਂ ਪਾਈਪਲਾਈਨ ਦਾ ਕੰਮ ਹੈ ਤਾਂ ਉੱਥੇ ਪਾਣੀ ਬੰਦ ਕਰਨਾ ਪਵੇਗਾ। ਅਸੀਂ ਦੇਖਦੇ ਹਾਂ ਕਿ ਉੱਥੇ ਲਿਖਿਆ ਹੁੰਦਾ ਹੈ ਕਿ ਅੱਗੇ ਜਾਣਾ ਮਨ੍ਹਾ ਹੈ ਜਾਂ ਕੰਮ ਚਾਲੂ ਹੈ। ਸੋ ਇਸ ਤਰ੍ਹਾਂ ਸਾਨੂੰ ਜੋ ਅਗਰ ਅਸੀਂ ਸਰੀਰ ਦੀ ਰਿਪੇਅਰ ਕਰਨੀ ਹੈ, ਜੋ ਸਾਡੀ ਬੋਡੀ ਆਪਣੇ ਤੌਰ 'ਤੇ ਕਰਦੀ ਹੈ, ਜੋ ਅਕਾਲ ਪੁਰਖ ਨੇ ਸਾਡਾ ਸਰੀਰ ਇੱਦਾਂ ਦਾ ਬਣਾਇਆ ਹੈ ਕਿ ਉਹ ਆਪਣੀ ਸੰਭਾਲ, ਆਪਣੀ ਰਿਪੇਅਰ, ਆਪਣਾ ਇਲਾਜ ਜੋ ਹੈ ਖੁਦ ਕਰ ਸਕਦਾ ਹੈ। ਉਸ ਨੂੰ ਬਾਹਰੋਂ ਕਿਸੇ ਇਲਾਜ ਦੀ, ਬਾਹਰੋਂ ਕਿਸੇ ਦਵਾਈਆਂ ਦੀ ਜ਼ਰੂਰਤ ਨਹੀਂ ਹੈ। ਉਹ ਤਾਂ ਹੀ ਕਰ ਸਕਦਾ ਹੈ ਕਿ ਅਸੀਂ ਅਗਰ ਜੇ ਉਸ ਨੂੰ ਸਮਾਂ ਦਈਏ, ਕਿਉਂਕਿ ਜੇ ਜੋ ਅੱਜ ਕੱਲ੍ਹ ਦੇ ਡਾਕਟਰਾਂ ਦੇ ਮੁਤਾਬਕ ਅਸੀਂ ਅੱਧੇ ਘੰਟੇ ਬਾਅਦ, 10 ਮਿੰਟ ਬਾਅਦ, ਜਾਂ ਸਾਡਾ ਜੋ ਜੀਵਨ ਅੱਜ ਦਾ ਬਣਿਆ ਹੈ, ਕਦੇ ਇੱਕ ਚਮਚਾ ਇਹ ਚੀਜ਼ ਦਾ ਖਾ ਲਿਆ, ਕਦੇ ਇੱਕ ਬਿਸਕੁਟ ਖਾ ਲਿਆ, ਕਦੇ ਕੋਈ ਫਰੂਟ ਮਾੜਾ ਮੋਟਾ ਖਾ ਲਿਆ, ਜਾਂ ਰੋਟੀ ਖਾ ਲਈ, ਸਬਜ਼ੀ, ਇਹ ਚੱਲਦਾ ਹੀ ਰਹਿੰਦਾ ਹੈ, ਤਾਂ ਉਹ ਜੋ ਸਾਡੇ ਬੋਡੀ ਪਾਰਟਸ ਨੇ, ਸਰੀਰ ਦੇ ਅੰਗ, ਉਹਨਾਂ ਨੂੰ ਆਪਣੇ ਆਪ ਨੂੰ ਠੀਕ ਕਰਨ ਲਈ, ਸਾਫ਼ ਸਫਾਈ ਕਰਨ ਲਈ ਸਮਾਂ ਨਹੀਂ ਮਿਲਦਾ। ਸੋ ਇਸ ਕਰਕੇ ਜੋ ਇਹ ਪ੍ਰਣਾਲੀ ਹੈ, ਇਹ ਵਿਧੀ ਹੈ, ਜੋ ਇਸ ਵਿੱਚ ਇਸ ਨੂੰ ਜਦੋਂ ਤੁਸੀਂ ਉੱਠਣਾ ਹੈ ਸਵੇਰੇ, ਸਭ ਤੋਂ ਪਹਿਲਾਂ ਉਹਦੇ ਵਿੱਚ ਕੀ ਹੈ, ਅਨੀਮਾ ਕਰਨਾ ਹੈ। ਅਨੀਮਾ ਦਾ ਚੰਗੀ ਤਰ੍ਹਾਂ ਅੱਗੇ ਵਿਸਥਾਰ ਦੇ ਵਿੱਚ ਦੱਸਾਂਗੇ ਕਿ ਉਹ ਅਨੀਮਾ ਕੀ ਚੀਜ਼ ਹੈ। ਜਿਸ ਨੂੰ ਨਹੀਂ ਪਤਾ, ਉਹ ਅਨੀਮਾ ਜਿਸ ਤਰ੍ਹਾਂ ਅਸੀਂ ਬਰੱਸ਼ ਕਰਦੇ ਹਾਂ, ਦੰਦਾਂ ਦੀ ਸਫਾਈ ਕਰਦੇ ਹਾਂ ਡੇਲੀ, ਰੋਜ਼, ਜਾਂ ਦਾਤਣ ਕੁਰਲਾ ਕਰਦੇ ਹਾਂ, ਜਾਂ ਦਿਨ ਦੇ ਵਿੱਚ ਅਸੀਂ ਕੁਰਲੀਆਂ ਕਰਦੇ ਹਾਂ, ਰੋਟੀ ਖਾਣ ਤੋਂ ਬਾਅਦ, ਕੋਈ ਚੀਜ਼ ਖਾਣ ਤੋਂ ਬਾਅਦ ਦੰਦਾਂ ਦੀ ਸਫਾਈ ਕਰਦੇ ਹਾਂ। ਇਸ ਤਰ੍ਹਾਂ ਉਹ ਵਿਧੀ ਹੈ ਜੋ ਸਾਡੀ ਵੱਡੀ ਆਂਤ ਨੂੰ, ਜੋ ਸਾਡੀ ਮਲ ਦੀ ਜੋ ਆਂਤ ਹੈ, ਜਿਸ ਦੇ ਵਿੱਚ ਟੱਟੀ ਹੈ, ਉਸ ਨੂੰ ਸਾਫ਼ ਸਫਾਈ ਕਰਨੀ ਉਸ ਦੀ ਵੀ ਇਸੇ ਤਰ੍ਹਾਂ ਜ਼ਰੂਰੀ ਹੈ, ਕਿਉਂਕਿ ਉਸ ਦੇ ਵਿੱਚ ਵੀ ਕਈ ਪੁਆਇੰਟ ਹੁੰਦੇ ਨੇ। ਜਿਸ ਤਰ੍ਹਾਂ ਸਾਨੂੰ ਆਯੁਰਵੇਦ ਵਾਲੇ ਦੱਸਦੇ ਨੇ ਕਿ ਆਹ ਉਂਗਲ ਦੇ ਪੁਆਇੰਟ ਦੱਬੋ, ਆਹ ਹਥੇਲੀ ਦੇ ਦੱਬੋ, ਹੱਥਾਂ ਦੇ ਜਾਂ ਪੈਰਾਂ ਦੇ ਦੱਬੋ, ਇਸ ਤਰ੍ਹਾਂ ਹੁੰਦਾ, ਆਹ ਬੈਕ ਪੇਨ ਦਾ ਹੈ, ਪਿੱਠ ਦਰਦ ਦਾ, ਆਹ ਫਲਾਣੇ ਦਰਦ ਦਾ, ਆਹ ਗੈਸ ਦਾ ਹੈ। ਇਸੇ ਤਰ੍ਹਾਂ ਉਹ ਦੱਸਦੇ ਨੇ ਕਿ ਸਾਡੀ ਜੋ ਵੱਡੀ ਆਂਤ ਹੈ ਉਸ ਦੇ ਅੰਦਰ ਵੀ ਪੁਆਇੰਟ ਹੁੰਦੇ ਨੇ, ਪਰ ਉਹ ਸਾਡੇ ਗਲਤ ਖਾਣ ਪੀਣ ਕਰਕੇ, ਜਾਂ ਜੋ ਸਾਡਾ ਮਲ ਅੰਦਰ ਜੋ ਟੱਟੀ ਹੈ ਉਹ ਸਾਲਾਂ ਦੀ ਸਾਡੇ ਅੰਦਰ ਪਈ ਰਹਿੰਦੀ ਹੈ। ਸਾਨੂੰ ਇਹ ਭੁਲੇਖਾ ਹੈ ਕਿ ਰੋਜ਼ ਦੀ ਰੋਜ਼ ਉਹ ਨਿਕਲਦੀ ਹੈ, ਕਿਉਂਕਿ ਅੱਜ ਕੱਲ੍ਹ ਇਹ ਜੋ ਕਬਜ਼ ਹੈ, ਉਹ ਹੈ, ਇਹ ਸਾਰੀਆਂ ਪ੍ਰੋਬਲਮਾਂ ਨੇ। ਉਹਦੇ ਕਰਕੇ ਅੰਦਰ ਜੋ ਇਹ ਗੰਦ ਹੈ ਸੜਦਾ ਰਹਿੰਦਾ ਹੈ, ਉਸ ਕਰਕੇ ਇਹ ਜੋ ਪ੍ਰੋਬਲਮਾਂ ਸਾਰੀਆਂ ਆਉਂਦੀਆਂ ਨੇ। ਜੋ ਤੇਜ਼ਾਬ ਬਣਦਾ ਹੈ, ਜਿਹਨੂੰ ਅੱਗੇ ਜਾ ਕੇ ਉਹ ਜੇ ਗੈਸ ਬਣਦੀ ਹੈ, ਜਿਹੜੀ ਗੈਸ ਤੋਂ ਬਾਅਦ ਜਿੱਦਾਂ ਉਹ ਸੜਦਾ ਹੈ ਭੋਜਨ, ਤਾਂ ਫਿਰ ਇਹ ਅੱਗੇ ਕੋਲੇਸਟ੍ਰੋਲ ਜਿਸ ਨੂੰ ਹੋ ਗਿਆ, ਜਾਂ ਸ਼ੂਗਰ ਦੀਆਂ ਹੋ ਗਈਆਂ ਬਿਮਾਰੀਆਂ, ਅੱਗੇ ਜੋ ਵੱਡੇ ਰੋਗ, ਜੋ ਜਿਸ ਤਰ੍ਹਾਂ ਇਹ ਅਥਰਾਈਟਸ ਦਾ, ਜੋੜਾਂ ਦੇ ਦਰਦਾਂ ਦਾ ਉਹ ਹੋ ਗਿਆ, ਜਾਂ ਕੈਂਸਰ ਹੋ ਗਿਆ, ਜੋ ਵੀ ਵੱਡੀਆਂ ਬਿਮਾਰੀਆਂ ਨੇ, ਸਰਵਾਈਕਲ ਆ ਗਏ, ਜੋ ਵੀ ਇਹ ਬਿਮਾਰੀਆਂ ਅੱਗੇ ਤੋਂ ਅੱਗੇ ਰੂਪ ਧਾਰਨ ਕਰਦੀਆਂ ਨੇ। ਮੇਨ ਕਾਰਨ ਜੋ ਸਾਡਾ ਗਲਤ ਖਾਣ ਪੀਣ ਕਰਕੇ ਹੀ ਹੈ ਕਿ ਅਸੀਂ ਜੋ ਤਲਿਆ ਭੋਜਨ ਖਾਂਦੇ ਹਾਂ, ਤੋ ਅਸੀਂ ਜੋ ਹੈ ਪੱਕਿਆ ਭੋਜਨ ਖਾਂਦੇ ਹਾਂ। ਇਸ ਕਰਕੇ ਸਾਨੂੰ ਜ਼ਰੂਰਤ ਜੋ ਹੈ ਕੱਚਾ ਭੋਜਨ ਖਾਣ ਦੀ, ਜੋ ਸਾਨੂੰ ਕੁਦਰਤ, ਸਾਡੀ ਜੋ ਮਾਂ ਹੈ ਉਹ ਦੇ ਰਹੀ ਹੈ ਪਕਾ ਕੇ, ਕਿਉਂਕਿ ਅਸੀਂ ਦੇਖਦੇ ਹਾਂ ਫਲ ਫਰੂਟ ਸਾਨੂੰ ਪੱਕਿਆ ਮਿਲਦਾ ਹੈ, ਸਬਜ਼ੀਆਂ ਸਾਨੂੰ ਜੋ ਪੱਕੀਆਂ ਰੈਡੀ ਤਿਆਰ ਮਿਲਦੀਆਂ ਨੇ, ਉਹ ਅਸੀਂ ਖਾਣੇ ਹੈ। ਪੱਤਿਆਂ ਦੇ ਰੂਪ ਦੇ ਵਿੱਚ ਅਸੀਂ ਪੱਤੇ ਖਾਣੇ ਨੇ, ਜਾਂ ਪੱਤਿਆਂ ਦਾ ਅਸੀਂ ਜੂਸ ਬਣਾ ਕੇ ਖਾ ਸਕਦੇ ਹਾਂ। ਅਸੀਂ ਜਿਸ ਤਰ੍ਹਾਂ ਘਰਾਂ ਦੇ ਵਿੱਚ ਚਟਨੀਆਂ ਬਣਾਉਂਦੇ ਆ, ਪੁਦੀਨੇ ਦੀ ਚਟਨੀ ਬਣਾ ਲਈ, ਧਨੀਏ ਦੀ ਚਟਨੀ ਬਣਾ ਲਈ, ਇਸ ਤਰ੍ਹਾਂ ਕਰਕੇ। ਸੋ ਇਹ ਜੋ ਸਵੇਰੇ ਜੋ ਉੱਠ ਕੇ ਜੋ ਅਨੀਮਾ ਕਰਨਾ ਹੈ ਸਭ ਤੋਂ ਪਹਿਲਾਂ, ਉਸ ਤੋਂ ਬਾਅਦ 8 ਘੰਟੇ ਦਾ, ਜਦੋਂ ਤੁਸੀਂ ਉੱਠਦੇ ਹੋ 8 ਘੰਟੇ ਦਾ ਜੋ ਬ੍ਰੇਕ ਹੈ
ਉਹਨੂੰ ਵਰਤ ਦੇ ਰੂਪ ਵਿੱਚ ਅਸੀਂ ਕੁਛ ਖਾਣਾ ਪੀਣਾ ਨਹੀਂ ਹੈ ਉਸ ਦੇ ਵਿੱਚ। ਉਸ ਤੋਂ 8 ਘੰਟੇ ਤੋਂ ਬਾਅਦ ਫਿਰ ਤੁਸੀਂ ਗ੍ਰੀਨ ਜੂਸ ਦੇ ਨਾਲ ਸਟਾਰਟਿੰਗ ਕਰਨੀ ਹੈ। ਗ੍ਰੀਨ ਜੂਸ ਕਿਸ ਤਰ੍ਹਾਂ ਬਣਾਉਣਾ ਹੈ, ਉਹਦੇ ਵਿੱਚ ਕੀ ਕੀ ਪਾਉਣਾ, ਇਹਦੇ ਬਾਰੇ ਵੀ ਆਪਾਂ ਦੱਸਾਂਗੇ। ਅਤੇ ਉਸ ਤੋਂ ਬਾਅਦ ਤੁਸੀਂ ਘੰਟੇ 2 ਘੰਟੇ ਬਾਅਦ ਫਿਰ ਫਰੂਟ ਖਾ ਸਕਦੇ ਹੋ ਜਾਂ ਫਰੂਟ ਦਾ ਜੂਸ ਪੀ ਸਕਦੇ ਹੋ। ਫਿਰ ਉਸ ਤੋਂ ਬਾਅਦ ਅਗਰ ਵਾਰ-ਵਾਰ ਭੁੱਖ ਲੱਗਦੀ ਹੈ ਤਾਂ ਸਬਜ਼ੀਆਂ ਕੱਚੀਆਂ ਖਾ ਸਕਦੇ ਹੋ। ਉਹਦੇ ਵਿੱਚ ਟਮਾਟਰ ਖਾ ਲਿਆ, ਖੀਰਾ ਖਾ ਲਿਆ, ਮੂਲੀ ਖਾ ਲਈ, ਤਰ ਖਾ ਲਈ, ਇਸ ਤਰ੍ਹਾਂ। ਅਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਚੀਜ਼ਾਂ ਦੇ ਜੂਸ ਵੀ ਪੀ ਸਕਦੇ ਹੋ। ਜਿਸ ਤਰ੍ਹਾਂ ਜੂਸ ਦੇ ਵਿੱਚ ਅਸੀਂ ਆਲੂ ਵੀ ਪਾ ਸਕਦੇ ਹਾਂ, ਗੋਭੀ ਪਾ ਸਕਦੇ ਹਾਂ, ਸ਼ਲਗਮ ਪਾ ਸਕਦੇ ਹਾਂ, ਮੂਲੀ ਪਾ ਸਕਦੇ ਹਾਂ। ਜੋ ਸਬਜ਼ੀਆਂ ਨੇ ਇਹ ਸਾਰੀਆਂ ਗਾਜਰਾਂ ਨੇ, ਇਹਨਾਂ ਸਬਜ਼ੀਆਂ ਦੇ ਅਸੀਂ ਜੂਸ ਦੇ ਰੂਪ ਵਿੱਚ ਉਹਨਾਂ ਨੂੰ ਪੀ ਸਕਦੇ ਹਾਂ। ਆਲੂ ਸਿਰਫ ਜੋ ਤਲ ਕੇ ਜਾਂ ਬਣਾ ਕੇ ਸਾਨੂੰ ਵਿਗਾੜ ਕਰਦਾ ਹੈ, ਪਰ ਸਾਨੂੰ ਅਗਰ ਆਲੂ ਦਾ ਅਸੀਂ ਜੂਸ ਪੀਂਦੇ ਹਾਂ ਤਾਂ ਉਹ ਕੋਈ ਹਾਨੀ ਨਹੀਂ ਕਰਦਾ, ਉਹ ਸਗੋਂ ਸਾਡੀਆਂ ਕਈ ਬਿਮਾਰੀਆਂ ਦੂਰ ਕਰਦਾ ਹੈ। ਇਸੇ ਤਰ੍ਹਾਂ ਸ਼ੱਕਰਕੰਦੀ ਹੈ, ਸ਼ੱਕਰਕੰਦੀ ਅਗਰ ਅਸੀਂ ਪਕਾ ਕੇ ਖਾਂਦੇ ਹਾਂ ਉਹ ਵੀ ਸਾਨੂੰ ਮਾੜਾ ਜੋ ਆਪਣਾ ਪ੍ਰਭਾਵ ਦਿੰਦੀ ਹੈ, ਅਸਰ ਦਿੰਦੀ ਹੈ, ਪਰ ਉਸ ਦਾ ਅਸੀਂ ਅਗਰ ਜੂਸ ਪੀਏ ਕੱਚੇ ਦੇ ਰੂਪ ਦੇ ਵਿੱਚ ਤਾਂ ਉਹ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ। ਸੋ ਇਸ ਤਰ੍ਹਾਂ ਜੋ ਹੈ ਖਾਣ ਪੀਣ ਦਾ ਸਾਨੂੰ ਇਹ ਧਿਆਨ ਰੱਖਣਾ ਪੈਣਾ ਹੈ ਅਤੇ ਕੱਚਾ ਖਾਣ ਉੱਪਰ ਜ਼ਿਆਦਾ ਜ਼ੋਰ ਦੇਣਾ ਪੈਣਾ ਹੈ। ਜੋ ਸਾਡੀਆਂ ਦਾਲਾਂ ਨੇ ਇਹਨਾਂ ਨੂੰ ਬੰਦ ਕਰਨਾ ਪੈਣਾ ਹੈ। ਦੁੱਧ ਹੈ, ਦੁੱਧ ਦੇ ਪ੍ਰੋਡਕਟ ਬੰਦ ਕਰਨੇ ਨੇ। ਕਣਕ ਬੰਦ ਕਰਨੀ ਪੈਣੀ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਕਣਕ ਤੋਂ ਐਲਰਜੀ ਹੈ, ਦੁੱਧ ਤੋਂ ਐਲਰਜੀ ਹੈ, ਕਿਉਂਕਿ ਇਹਨਾਂ ਚੀਜ਼ਾਂ ਦਾ ਅੱਜ ਕੱਲ੍ਹ ਜੋ ਹੈ ਮੰਡੀਕਰਨ ਹੋ ਗਿਆ। ਇਹਨਾਂ ਦਾ ਜੋ ਰੂਪ ਹੈ, ਬੀਜ ਹੈ, ਜੋ ਇਹਨਾਂ ਦਾ ਪਹਿਲਾ ਖਾਨਦਾਨ ਸੀ ਉਹ ਸਾਰਾ ਬਦਲੀ ਹੋ ਗਿਆ, ਅਤੇ ਇਸ ਕਰਕੇ ਸਾਨੂੰ ਇਹ ਚੀਜ਼ਾਂ ਵਿਗਾੜ ਕਰਦੀਆਂ ਨੇ ਅਤੇ ਸਾਨੂੰ ਉਹ ਪਹਿਲੇ ਭੋਜਨ 'ਤੇ ਆਉਣਾ ਪਵੇਗਾ ਅਤੇ ਸਾਨੂੰ ਜੋ ਇਹ ਕੱਚਾ ਭੋਜਨ ਖਾਣਾ ਪਵੇਗਾ। ਸੋ ਇਹਨਾਂ ਹੀ ਬੇਨਤੀਆਂ ਦੇ ਨਾਲ ਬਾਕੀ ਜੋ ਅਗਲੇ ਵੀਡੀਓ ਵਿੱਚ ਗੱਲਬਾਤ ਕਰਾਂਗੇ। ਜੋ ਸਾਡੇ ਜੀਵਨ ਬਾਰੇ ਗੱਲਬਾਤ ਕੀਤੀ ਸੀ ਅਤੇ ਇਹ ਵੀਡੀਓ ਕਾਫੀ ਲੰਬਾ ਹੋ ਜਾਣਾ ਹੈ। ਸੋ ਇਸ ਦੇ ਨਾਲ ਹੀ ਭੁੱਲਾਂ ਚੁੱਕਾਂ ਦੀ ਖਿਮਾ ਜੀ। ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।